ਸਲੋਕ ਮਹਿਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਇਸ ਪਾਵਨ ਸਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਰੱਬ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਔਰ ਰੱਬ ਦੀ ਅਸਲ ਭਗਤੀ, ਬੰਦਗੀ ਜਾਂ ਪ੍ਰੇਮ ਸਿਮਰਨ ਕੀ ਹੈ। ਔਰ ਆਮ ਸੰਸਾਰ ਦੇ ਲੋਕ ਭਗਤੀ ਬੰਦਗੀ ਕਿਹਨੂੰ ਕਰ ਰਹੇ ਨੇ, ਕਿਵੇਂ ਕਰ ਰਹੇ ਨੇ, ਔਰ ਉੱਥੇ ਕਮੀ ਪੇਸ਼ ਕੀ ਹੈ ਔਰ ਪ੍ਰਭੂ ਕਿਉਂ ਨਹੀਂ ਪਾਇਆ ਜਾਂਦਾ। ਤਾਂ ਗੁਰੂ ਜੀ ਕਹਿੰਦੇ ਨੇ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਸਭ ਜਗ ਦਾ ਮਤਲਬ ਸਾਰਾ ਸੰਸਾਰ, ਰਾਮ ਰਾਮ ਕਰਤਾ ਦਾ ਮਤਲਬ ਰਾਮ ਰਾਮ ਆਖਦਾ, ਫਿਰੇ ਦਾ ਮਤਲਬ ਫਿਰ ਰਿਹਾ ਹੈ। ਸਾਰਾ ਸੰਸਾਰ ਰਾਮ ਰਾਮ ਆਖਦਾ ਫਿਰਦਾ ਹੈ। ਰਾਮ ਨਾ ਪਾਇਆ ਜਾਏ, ਪਰ ਐਵੇਂ ਰੱਬ ਪਾਇਆ ਨਹੀਂ ਜਾਂਦਾ, ਲੱਭਿਆ ਨਹੀਂ ਜਾਂਦਾ, ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਹੁਣ ਰਾਮ ਵਾਹਿਗੁਰੂ ਅੱਲਾ ਕਿਵੇਂ ਲੋਕ ਕਰੀ ਜਾ ਰਹੇ ਨੇ, ਰਾਮ ਰਾਮ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਅੱਲਾ ਅੱਲਾ, ਆਪੋ ਆਪਣੇ ਧਰਮ ਮੁਤਾਬਕ ਇੱਕ ਨਾਮ ਨੂੰ ਬਾਰ-ਬਾਰ ਰਟ ਰਹੇ ਨੇ। ਪਰ ਗੁਰਦੇਵ ਗੁਰੂ ਅਮਰਦਾਸ ਜੀ ਕਹਿੰਦੇ ਨੇ ਐਵੇਂ ਰੱਬ ਪਾਇਆ ਨਹੀਂ ਜਾਂਦਾ। ਵਿਖਾਵੇ ਦੇ ਕਹਿਣ ਨਾਲ, ਸਿਰਫ ਇੱਕ ਸ਼ਬਦ ਦੇ ਰਟਨ ਨਾਲ, ਰਾਮ ਰਾਮ ਕਰਨ ਦੇ ਨਾਲ ਕਦੇ ਵੀ ਰੱਬ ਨਹੀਂ ਪਾਇਆ ਜਾਂਦਾ। ਅਗੰਮ ਅਗੋਚਰ ਅਤ ਵੱਡਾ, ਅਤੁੱਲ ਨਾ ਤੁਲਿਆ ਜਾਏ। ਅਗੰਮ ਦਾ ਮਤਲਬ ਅਪਹੁੰਚ ਤੇ ਅਗੋਚਰ ਦਾ ਮਤਲਬ ਇੰਦਰੀਆਂ ਦੀ ਪਹੁੰਚ ਤੋਂ ਪਰੇ। ਅਤੁੱਲ ਦਾ ਮਤਲਬ ਜਿਹਨੂੰ ਤੋਲਿਆ ਨਹੀਂ ਜਾ ਸਕਦਾ, ਯਾਨੀ ਅੰਦਾਜ਼ੇ ਤੋਂ ਬਾਹਰ। ਪ੍ਰਭੂ ਅਪਹੁੰਚ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਔਰ ਅਤੁੱਲ ਹੈ, ਤੋਲਿਆ ਨਹੀਂ ਜਾ ਸਕਦਾ। ਭਾਵ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅਨੰਤ ਹੈ, ਵੱਡਾ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਯਾਨੀ ਅਨੰਤ ਅਨੰਤ ਹੈ। ਕੀਮਤ ਕਿਨੇ ਨਾ ਪਾਈਆ, ਕਿਤੇ ਨਾ ਲਿਆ ਜਾਏ। ਕਿਤੇ ਦਾ ਮਤਲਬ ਕਿਸੇ ਥਾਂ ਤੋਂ, ਲਿਆ ਜਾਏ ਦਾ ਮਤਲਬ ਲਿਆ ਨਹੀਂ ਜਾ ਸਕਦਾ, ਮੁੱਲ ਨਹੀਂ ਖਰੀਦਿਆ ਜਾ ਸਕਦਾ। ਕੀਮਤ ਕਿਨੇ ਨਾ ਪਾਈ ਆ, ਕਿਨੇ ਦਾ ਮਤਲਬ ਕਿਸੇ ਨੇ ਉਹਦੀ ਕੀਮਤ ਨਹੀਂ ਪਾਈ ਔਰ ਕਿਸੇ ਥਾਂ ਤੋਂ ਉਹਨੂੰ ਮੁੱਲ ਵੀ ਨਹੀਂ ਲਿਆ ਜਾ ਸਕਦਾ। ਕਿ ਉਹਦੀ ਕੀਮਤ ਹੋਏ ਕਿ ਇੰਨੇ ਪੈਸੇ ਦੇ ਕੇ, ਇਹਨਾਂ ਦਾਨ ਕਰਕੇ ਤੇ ਰੱਬ ਮਿਲ ਸਕਦਾ ਹੈ, ਕੋਈ ਐਸੀ ਕੀਮਤ ਨਹੀਂ ਹੈ। ਕੰਚਨ ਸਿਉ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹੋ ਜਿਹੀ ਕੋਈ ਕੀਮਤ ਨਹੀਂ ਹੈ ਕਿ ਦਾਨ ਪੁੰਨ ਕਰਕੇ, ਪੈਸਾ ਟਕਾ ਦੇ ਕੇ, ਜਾਂ ਸੋਨਾ ਚਾਂਦੀ ਹੀਰੇ ਜਵਾਹਰਾਤ ਦਾਨ ਕਰਕੇ ਕਿ ਇੰਨੇ ਕੁ ਦਾਨ ਕਰ ਦਿਓ ਤੇ ਰੱਬ ਮਿਲ ਜਾਏ। ਇਹੋ ਜਿਹੀ ਕੋਈ ਕੀਮਤ ਨਹੀਂ ਹੈ। ਨਾ ਹੀ ਕੋਈ ਇਹੋ ਜਿਹੀ ਕੀਮਤ ਹੈ ਕਿ ਐਨੀ ਵਾਰੀ ਤੁਸੀਂ ਉਹਦਾ ਨਾਮ ਲੈ ਲਓ। ਨਾ ਹੀ ਕੋਈ ਐਸੀ ਕੀਮਤ ਹੈ ਕਿ ਐਨੀ ਵਾਰੀ ਕੋਈ ਪਾਠ ਪੂਜਾ ਕਰ ਲਓ, ਇੰਨੇ ਤੀਰਥਾਂ ਤੇ ਨਾ ਆਇਓ, ਇੰਨੇ ਵਰਤ, ਯਾਨੀ ਗਿਣਤੀ ਮਿੰਤੀ ਕਿਸੇ ਕੰਮ ਦੀ ਨਹੀਂ ਹੈ ਕਿ ਜਿਹਦੇ ਨਾਲ ਉਹ ਮਿਲ ਸਕਦਾ ਹੋਵੇ। ਉਹਦੀ ਕੋਈ ਕੀਮਤ ਨਹੀਂ ਹੈ। ਕੀਮਤ ਕਿਨੇ ਨਾ ਪਾਈ ਆ, ਕਿਸੇ ਨੇ ਉਹਦੀ ਕੀਮਤ ਨਹੀਂ ਪਾਈ। ਉਹ ਅਮੁੱਲਕ ਹੈ ਔਰ ਕਿਸੇ ਕੀਮਤ ਦੇ ਨਾਲ ਉਹਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ। ਭਾਵ ਹਠ ਯੋਗ ਆਦਿਕ ਦੇ ਨਾਲ ਉਸ ਪ੍ਰਭੂ ਨੂੰ ਪਾਇਆ ਨਹੀਂ ਜਾ ਸਕਦਾ। ਹੁਣ ਸਵਾਲ ਪੈਦਾ ਹੁੰਦਾ, ਫਿਰ ਪਾਇਆ ਕਿਵੇਂ ਜਾਏ, ਉਹਦੇ ਵਿੱਚ ਅਭੇਦ ਕਿਵੇਂ ਹੋਇਆ ਜਾਏ, ਜਾਂ ਉਹ ਸਾਡੇ ਅੰਦਰ ਆ ਕੇ ਕਿਵੇਂ ਵਸੇ, ਜਿਹੜਾ ਕਿ ਚਾਰ ਚਫੇਰੇ ਵਸ ਹੀ ਰਿਹਾ ਹੈ। ਸਾਡਾ ਦੁਖਾਂਤ ਇਹ ਹੈ ਨਾ ਕਿ ਅਸੀਂ ਇਹ ਮੰਨ ਰਹੇ ਹਾਂ ਕਿ ਰੱਬ ਜਗਤ ਦੇ ਕਣ ਕਣ ਅੰਦਰ ਸਮਾਇਆ ਹੋਇਆ ਹੈ। ਅਸੀਂ ਇਹ ਮੰਨ ਰਹੇ ਹਾਂ ਕਿ ਉਹ ਮੇਰੇ ਔਰ ਤੁਹਾਡੇ ਸਾਰਿਆਂ ਦੇ ਅੰਦਰ ਵਸਦਾ ਹੈ। ਫਿਰ ਵੀ ਸਾਨੂੰ ਮਿਲ ਕਿਉਂ ਨਹੀਂ ਰਿਹਾ। ਔਰ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਕੀਤਾ ਹੈ ਕਿ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ, ਦੁਖਦਾਈ ਪਹਿਲੂ ਜੀਵਨ ਦਾ ਇਹ ਹੈ ਕਿ ਜਿਹੜਾ ਪ੍ਰਭੂ ਜਲਾਂ ਥਲਾਂ, ਧਰਤੀ, ਆਕਾਸ਼, ਵਨਸਪਤੀ ਦੇ ਅੰਦਰ ਸਮਾਇਆ ਹੋਇਆ ਹੈ, ਜੀਵ ਜਨਤਾ ਅੰਦਰ ਸਮਾਇਆ ਹੋਇਆ ਹੈ, ਜੇ ਉਹ ਸਾਡੇ ਚਿੱਤ ਵਿੱਚ ਨਾ ਹੋਏ, ਜੇ ਉਹ ਸਾਨੂੰ ਨਜ਼ਰੀ ਨਾ ਪਵੇ, ਤਾਂ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਕਿਹੜੇ ਵੱਡੇ ਦੁੱਖ ਦੀ ਗੱਲ ਹੈ ਨਾ, ਔਰ ਕਿੰਨਾ ਵੱਡਾ ਦੁਖਦਾਈ ਪਹਿਲੂ ਹੈ। ਤਾਂ ਉਹ ਪ੍ਰਭੂ ਫਿਰ ਕਿਵੇਂ ਮਿਲਦਾ ਹੈ। ਜੇ ਰਾਮ ਰਾਮ ਕਰਨ ਨਾਲ ਨਹੀਂ ਮਿਲਦਾ, ਇਹ ਸਾਧਨ ਨਹੀਂ ਹੈ ਰੱਬ ਨੂੰ ਪਾਉਣ ਦਾ, ਤਾਂ ਫਿਰ ਕਿਵੇਂ ਮਿਲੇਗਾ। ਤਾਂ ਗੁਰੂ ਜੀ ਉਸ ਦਾ ਉੱਤਰ ਦੇ ਰਹੇ ਨੇ।
ਗੁਰ ਕੈ ਸ਼ਬਦ ਭੇਦਿਆ, ਇਨ ਬਿਧ ਵਸਿਆ ਮਨ ਆਏ। ਸ਼ਬਦ ਦਾ ਮਤਲਬ ਸ਼ਬਦ ਦੇ ਨਾਲ, ਭੇਦਿਆ ਦਾ ਮਤਲਬ ਵਿੰਨਿਆ, ਇਨ ਬਿਧ ਦਾ ਮਤਲਬ ਇਸ ਤਰੀਕੇ ਨਾਲ, ਮਨ ਦਾ ਮਤਲਬ ਮਨ ਵਿੱਚ, ਵਸਿਆ ਆਏ ਆ ਕੇ ਵਸ ਜਾਂਦਾ ਹੈ। ਪਰ ਜੇ ਗੁਰੂ ਦੇ ਸ਼ਬਦ ਨਾਲ ਮਨ ਵਿੰਨਿਆ ਜਾਏ, ਗੁਰ ਕੈ ਸ਼ਬਦ ਭੇਦਿਆ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ ਜੇ ਮਨ ਵਿੰਨਿਆ ਜਾਏ, ਇਨ ਬਿਧ ਵਸਿਆ ਮਨ ਆਏ, ਇਸ ਢੰਗ ਦੇ ਨਾਲ ਰੱਬ ਆਪ ਮਨ ਦੇ ਅੰਦਰ ਆ ਵਸਦਾ ਹੈ। ਹੁਣ ਇਹ ਸ਼ਬਦ ਦੇ ਨਾਲ ਮਨ ਨੂੰ ਭੇਦਣਾ ਕੀ ਹੈ, ਇਹ ਥੋੜਾ ਜਿਹਾ ਸਮਝਣ ਵਾਲਾ ਹੈ। ਸਾਡੇ ਮਨ ਦੇ ਅੰਦਰ ਵਿਚਾਰ ਸਾਡੀ ਆਪਣੀ ਹੈ ਔਰ ਸੀਮਤ ਹੈ, ਈਗੋ ਹੈ, ਅਹੰਕਾਰ ਹੈ। ਸਾਡੇ ਮਨ ਦੇ ਅੰਦਰ ਇਹ ਵਿਚਾਰ ਨੇ ਕਿ ਮੈਂ ਰੱਬ ਨਾਲੋਂ ਵੱਖਰਾ ਹਾਂ, ਰੱਬ ਵੱਖਰਾ ਹੈ, ਸੰਸਾਰ ਵੱਖਰਾ ਹੈ, ਰੱਬ ਵੱਖਰਾ ਹੈ। ਇਹ ਸਾਰੇ ਵਿਚਾਰ ਨੇ ਨਾ, ਸਾਡੇ ਆਪਣੇ ਭਰਮ ਨੇ। ਅਸੀਂ ਇਹ ਮੰਨ ਰਹੇ ਹਾਂ ਬਹੁਤੀ ਵਾਰੀ ਕਿ ਰੱਬ ਕਿਤੇ ਉੱਤੇ ਆਕਾਸ਼ ਮੰਡਲਾਂ ਵਿੱਚ ਬੈਠਾ ਹੈ, ਇਸ ਦੁਨੀਆ ਵਿੱਚ ਨਹੀਂ, ਵੱਖਰਾ ਹੈ, ਉੱਤੋਂ ਸੰਚਾਲਨ ਕਰ ਰਿਹਾ ਹੈ। ਮੈਂ ਰੱਬ ਤੋਂ ਵੱਖਰਾ ਹਾਂ, ਰੱਬ ਮੇਰੇ ਤੋਂ ਵੱਖਰਾ ਹੈ, ਦੁਨੀਆ ਰੱਬ ਤੋਂ ਵੱਖਰੀ ਹੈ, ਰੱਬ ਦੁਨੀਆ ਤੋਂ ਵੱਖਰਾ ਹੈ, ਇਹ ਲੋਕ ਕੁਝ ਹੋਰ ਨੇ, ਰੱਬ ਕੁਝ ਹੋਰ ਹੈ। ਕਿੰਨੇ ਸਾਰੇ ਭਰਮ ਔਰ ਭੇਦ ਸਾਡੀ ਜ਼ਿੰਦਗੀ ਦੇ ਅੰਦਰ ਪਏ ਹੋਏ ਨੇ। ਤਾਂ ਗੁਰੂ ਦੇ ਸ਼ਬਦ ਰਾਹੀਂ ਜਦੋਂ ਮਨ ਵਿੰਨਿਆ ਜਾਂਦਾ ਹੈ, ਮਨ ਦੇ ਇਹ ਵਿਕਾਰ ਖਤਮ ਹੋ ਜਾਂਦੇ ਨੇ, ਮਨ ਦੀ ਭਟਕਣਾ ਮੁੱਕ ਜਾਂਦੀ ਹੈ, ਮਨ ਚੋਂ ਅਗਿਆਨ ਮੁੱਕ ਜਾਂਦਾ ਹੈ, ਮਨ ਦੇ ਵਿੱਚੋਂ ਈਗੋ ਮੁੱਕ ਜਾਂਦੀ ਹੈ। ਤੇ ਜਦੋਂ ਉਹ ਈਗੋ ਹਉਮੈ ਮਿਟਦੀ ਹੈ, ਇਨ ਬਿਧ ਵਸਿਆ ਮਨ ਆਏ, ਫਿਰ ਰੱਬ ਆਣ ਕੇ ਮਨ ਦੇ ਅੰਦਰ ਵਸ ਜਾਂਦਾ। ਹੁਣ ਇਹ ਚੀਜ਼ ਥੋੜੀ ਜੀ ਹੋਰ ਆਸਾਨੀ ਦੇ ਨਾਲ ਸਮਝਣ ਵਾਲੀ ਹੈ। ਜਿਵੇਂ ਗੁਰੂ ਸਾਹਿਬ ਜੀ ਸਾਨੂੰ ਹਰ ਸ਼ਬਦ ਵਿੱਚ ਕਹਿ ਰਹੇ ਨੇ, ਅਵਗੁਣ ਛੋੜ ਗੁਣਾ ਕੋ ਤਾਵੋ। ਜੇ ਇਹ ਗੁਰੂ ਦਾ ਜੋ ਵਿਚਾਰ ਹੈ, ਜੋ ਗੁਰੂ ਦਾ ਇਹ ਗਿਆਨ ਹੈ, ਸ਼ਬਦ ਹੈ, ਕੋਈ ਵੀ ਲਫ਼ਜ਼ ਵਰਤ ਲਓ, ਇਹਦੇ ਨਾਲ ਸਾਡਾ ਮਨ ਵਿੰਨਿਆ ਜਾਏ, ਇਹ ਤੀਰ ਸਾਡੇ ਮਨ ਦੇ ਵਿੱਚ ਵੱਜ ਜਾਏ ਤੇ ਅਸੀਂ ਗੁਣਾਂ ਦੇ ਧਾਰਨੀ ਹੋ ਜਾਈਏ, ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾ ਲਈਏ, ਤਾਂ ਬਸ ਰੱਬ ਸਾਡੇ ਮਨ ਵਿੱਚ ਆ ਵਸਿਆ। ਕਿਉਂਕਿ ਗੁਣ ਹੀ ਰੱਬ ਹੈ, ਸੱਚ ਹੀ ਰੱਬ ਹੈ। ਜੋ ਮੂਲ ਮੰਤਰ ਵਿੱਚ ਰੱਬ ਦੇ ਗੁਣ ਦੱਸੇ ਨੇ, ਉਹੀ ਰੱਬ। ਫਿਰ ਸਾਡੇ ਮਨ ਦੇ ਅੰਦਰ ਸੱਚ ਵਸ ਗਿਆ, ਦਇਆ ਵਸ ਗਈ, ਨਿਰਭੈਤਾ ਵਸ ਗਈ, ਨਿਰਵੈਰਤਾ ਵਸ ਗਈ, ਸੋਚ ਦੇ ਅੰਦਰ ਇਹ ਚੀਜ਼ਾਂ ਵਸ ਗਈਆਂ। ਇਹ ਚੀਜ਼ਾਂ ਫਿਰ ਸਾਡੀ ਜ਼ਿੰਦਗੀ 'ਚ ਪ੍ਰਗਟ ਵੀ ਹੋ ਜਾਣਗੀਆਂ। ਤਾਂ ਰੱਬ ਨੂੰ ਰਾਮ ਰਾਮ ਕਰਕੇ ਨਹੀਂ ਪਾਇਆ ਜਾ ਸਕਦਾ, ਵਾਹਿਗੁਰੂ ਵਾਹਿਗੁਰੂ ਕਰਕੇ ਨਹੀਂ ਪਾਇਆ ਜਾ ਸਕਦਾ, ਅੱਲਾ ਅੱਲਾ ਕਰਕੇ ਨਹੀਂ ਪਾਇਆ ਜਾ ਸਕਦਾ। ਗੁਰੂ ਦੇ ਗਿਆਨ ਰਾਹੀਂ ਆਪਣੀ ਈਗੋ ਨੂੰ ਖਤਮ ਕਰਨਾ ਹੋਵੇਗਾ ਔਰ ਰੱਬੀ ਗੁਣਾਂ ਨੂੰ ਮਨ ਵਿੱਚ ਵਸਾਉਣਾ ਹੋਏਗਾ। ਇਨ ਬਿਧ ਵਸਿਆ ਮਨ ਆਏ, ਇਸ ਢੰਗ ਦੇ ਨਾਲ ਰੱਬ ਸਾਡੇ ਮਨ ਦੇ ਅੰਦਰ ਆ ਵਸਦਾ ਹੈ। ਨਾਨਕ ਆਪ ਅਮਿਓ ਹੈ, ਗੁਰ ਕਿਰਪਾ ਤੇ ਰਹਾ ਸਮਾਏ। ਅਮਿਓ ਦਾ ਮਤਲਬ ਜਿਹਨੂੰ ਮਿਣਿਆ ਨਾ ਜਾ ਸਕੇ, ਮਿਣਤੀ ਤੋਂ ਪਰੇ। ਹੁਣ ਰੱਬ ਨੂੰ ਮਿਣਿਆ ਨਹੀਂ ਜਾ ਸਕਦਾ ਕਿ ਰੱਬ ਕਿੰਨਾ ਲੰਮਾ ਚੌੜਾ ਹੈ। ਰੱਬ ਦੇ ਸੰਸਾਰ ਨੂੰ ਨਹੀਂ ਨਾਪਿਆ ਜਾ ਸਕਦਾ ਕਿ ਸੰਸਾਰ ਦੀ ਸ਼ੁਰੂਆਤ ਕਿੱਥੇ ਹੈ ਔਰ ਇਸ ਦਾ ਐਂਡ ਕਿੱਥੇ ਹੈ। ਅਮਿਣਵਾ ਹੈ, ਉਹ ਮਿਣਤੀ ਤੋਂ ਪਰੇ ਹੈ, ਮਤਲਬ ਅਗੰਮ ਅਗੋਚਰ ਹੈ, ਵੱਡਾ ਹੈ, ਅਨੰਤ ਹੈ। ਨਾਨਕ ਆਪ ਅਮਿਓ ਹੈ, ਮਿਣਤੀ ਤੋਂ ਪਰੇ ਹੈ। ਗੁਰ ਕਿਰਪਾ ਤੇ ਰਹਾ ਸਮਾਏ, ਪਰ ਸਤਿਗੁਰ ਦੀ ਕਿਰਪਾ ਦੇ ਨਾਲ ਸਮਝ ਪੈ ਜਾਂਦੀ ਹੈ ਕਿ ਉਹ ਇਸ ਜਗਤ ਦੇ ਅੰਦਰ ਵਿਆਪਕ ਹੈ। ਗੁਰੂ ਦੀ ਕਿਰਪਾ ਨਾਲ ਸਮਝ ਪੈ ਜਾਂਦੀ ਕਿ ਵਿਆਪਕ ਹੈ, ਸਾਰਾ ਕੁਝ ਦਿਸਦਾ ਜਗਤ ਰੱਬ ਦਾ ਹੀ ਰੂਪ ਹੈ। ਮੈਂ ਉਸ ਰੱਬ ਨਾਲੋਂ ਵੱਖਰਾ ਨਹੀਂ ਹਾਂ, ਮੈਂ ਉਹਦੀ ਹੀ ਇੱਕ ਨਿੱਕੀ ਦੀ ਬੂੰਦ ਹਾਂ। ਰੱਬ ਇੱਕ ਜ਼ਿੰਦਗੀ ਦਾ ਦਰਿਆ ਹੈ ਤੇ ਅਸੀਂ ਸਾਰੇ ਉਹਦੇ ਹੀ ਬੁਲਬੁਲੇ ਹਾਂ, ਉਹਦੀਆਂ ਹੀ ਲਹਿਰਾਂ ਹਾਂ। ਫਿਰ ਸਾਡੇ ਮਨ ਦੇ ਅੰਦਰ ਉਹ ਸਮਾ ਜਾਂਦਾ ਹੈ, ਉਹਦੇ ਗੁਣ ਸਮਾ ਜਾਂਦੇ ਨੇ ਔਰ ਗੁਰੂ ਦੇ ਗਿਆਨ ਰਾਹੀਂ ਸਾਨੂੰ ਸਮਝ ਪੈ ਜਾਂਦੀ ਹੈ ਕਿ ਜਗਤ ਦੇ ਕਣ ਕਣ ਦੇ ਅੰਦਰ ਉਹ ਸਮਾਇਆ ਹੋਇਆ ਹੈ। ਜਿਸ ਦਿਨ ਇਹ ਸਮਝ ਪੈ ਗਈ ਔਰ ਜਿਸ ਦਿਨ ਇਸ ਚੀਜ਼ ਨੂੰ ਇੰਪਲੀਮੈਂਟ ਕਰ ਲਿਆ, ਤਾਂ ਸਮਝ ਲਓ ਚਾਰ ਚੁਫੇਰੇ ਰੱਬ ਹੀ ਰੱਬ। ਮੇਰਾ ਕਹਿਣ ਦੇ ਨਾਲ ਨਹੀਂ ਕੁਛ, ਅਸਲ ਦੇ ਅੰਦਰ ਗੁਰੂ ਗਿਆਨ ਅਨੁਸਾਰ ਜ਼ਿੰਦਗੀ ਜੀਣ ਦੀ ਲੋੜ ਹੈ। ਆਪਣੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਤੇ ਜਦੋਂ ਸੋਚ ਗੁਰਮਤ ਅਨੁਸਾਰ ਹੋਏਗੀ ਤਾਂ ਫਿਰ ਚਾਰ ਚੁਫੇਰੇ ਪਸਰਿਆ ਹੋਇਆ ਰੱਬ ਹੀ ਨਜ਼ਰੀ ਪਏਗਾ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਆਪੇ ਮਿਲਿਆ ਮਿਲ ਰਿਹਾ, ਆਪੇ ਮਿਲਿਆ ਆਏ। ਗੁਰੂ ਦੇ ਗਿਆਨ ਰਾਹੀਂ ਸਮਝ ਪੈ ਜਾਂਦੀ ਹੈ ਕਿ ਪ੍ਰਭੂ ਆਪ ਸਭ ਥਾਵਾਂ ਤੇ ਮਿਲਿਆ ਹੋਇਆ ਹੈ, ਆਪੇ ਮਿਲਿਆ ਮਿਲ ਰਿਹਾ।
कि आप ही इस जगत के अंदर मिलिया होया है, समाया होया है। आपे मिलिया आए ते आप ही जीव नूं आके मिल जांदा है। इत्थे आपे मिलिया आए दा मतलब अंदरों प्रगट हो जांदा है। ਤੇ ਪ੍ਰਗਟ ਉਹਨੇ ਕਿਵੇਂ ਹੋਣਾ ਹੈ? ਜਦੋਂ ਅਸੀਂ ਇਹੋ ਜਿਹੀ ਸ਼ਬਦਾਵਲੀ ਵਰਤਦੇ ਆ ਨਾ ਕਿ ਰੱਬ ਅੰਦਰੋਂ ਪ੍ਰਗਟ ਹੋ ਜਾਂਦਾ ਹੈ, ਗੱਲ ਤਾਂ ਬਿਲਕੁਲ ਠੀਕ ਹੈ, ਪਰ ਕਈ ਵਾਰ ਸਾਡੀ ਜਿਹੜੀ ਮਿਸਅੰਡਰਸਟੈਂਡਿੰਗ ਹੈ ਕਿ ਪ੍ਰਗਟ ਕਿਵੇਂ ਹੁੰਦਾ ਹੈ, ਇੱਥੇ ਆਣ ਕੇ ਫਿਰ ਇੱਕ ਕਨਫਿਊਜ਼ਨ ਰਹਿ ਜਾਂਦੀ। ਫਿਰ ਸਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਅੰਦਰੋਂ ਕੋਈ ਜੋਤ ਪ੍ਰਗਟ ਹੋਏਗੀ, ਚਾਨਣ ਰੂਪ ਵਿੱਚ ਪ੍ਰਗਟ ਹੋਏਗਾ, ਜਾਂ ਉਹ ਕੋਈ ਸਰੀਰ ਧਾਰਨ ਕਰਕੇ ਸਾਡੇ ਸਾਹਮਣੇ ਪ੍ਰਗਟ ਹੋ ਜਾਏਗਾ। ਇੱਥੇ ਆਣ ਕੇ ਫਿਰ ਕਨਫਿਊਜ਼ਨ ਰਹਿ ਜਾਂਦੀ। ਉਹਨੇ ਐਵੇਂ ਦਾ ਕੋਈ ਚਾਨਣ ਬਣ ਕੇ ਪ੍ਰਗਟ ਨਹੀਂ ਹੋਣਾ। ਕੋਈ ਰੱਬ ਨਿਰਾ ਇਹੋ ਜਿਹਾ ਚਾਨਣ ਨਹੀਂ ਹੈ, ਉਹ ਹਨੇਰੇ ਵਿੱਚ ਵੀ ਹੈ, ਹਨੇਰੇ ਵਿੱਚ ਵੀ ਉਹੀ ਹੈ, ਚਾਨਣ ਵਿੱਚ ਵੀ ਉਹੀ ਹੈ। ਸਮਝਣ ਦੀ ਜ਼ਰੂਰਤ ਹੈ। ਪ੍ਰਗਟ ਹੋਏਗਾ ਗੁਣਾਂ ਰਾਹੀਂ, ਜੋ ਮੂਲ ਮੰਤਰ ਦੇ ਅੰਦਰ ਗੁਣ ਦੱਸੇ ਨਾ ਰੱਬ ਦੇ, ਜਿਹਦੇ ਅੰਦਰ ਰੱਬ ਆਵਸਿਆ ਉਹਦੇ ਅੰਦਰੋਂ ਗੁਣਾਂ ਰਾਹੀਂ ਪ੍ਰਗਟ ਹੋਏਗਾ। ਉਹਦੇ ਬੋਲਾਂ ਵਿੱਚ ਸੱਚ ਹੋ ਜਾਏਗਾ, ਬਿਹੇਵੀਅਰ ਉਹਦਾ ਸੱਚਾ ਹੋ ਜਾਏਗਾ, ਉਹਦੀ ਤੱਕਣੀ ਦੇ ਅੰਦਰ ਸੱਚਾਈ ਹੋਏਗੀ, ਉਹਦੇ ਸਰੋਤ ਦੇ ਅੰਦਰ ਸੱਚਾਈ ਹੋਏਗੀ, ਉਹਦਾ ਮਨ, ਬਚਨ ਔਰ ਕਰਮ ਕਰਕੇ ਗੁਣ ਪ੍ਰਗਟ ਹੋਣਗੇ। ਕਦੇ ਵੀ ਉਹਦੇ ਅੰਦਰੋਂ ਔਗਣਾਂ ਦੀ ਗੱਲ ਨਹੀਂ ਨਿਕਲੇਗੀ, ਕਦੇ ਉਹਦੇ ਅੰਦਰ ਨੈਗੇਟਿਵਿਟੀ ਨਹੀਂ ਆਏਗੀ। ਉਹਦੇ ਅੰਦਰ ਹਮੇਸ਼ਾ ਪੋਜ਼ਿਟਿਵਿਟੀ, ਸਕਾਰਾਤਮਕਤਾ, ਉਹਦੇ ਅੰਦਰ ਸ਼ੁਭ ਗੁਣ ਹੀ ਹੋਣਗੇ, ਸ਼ੁਭ ਗੁਣ ਹੀ ਹਮੇਸ਼ਾ ਪ੍ਰਗਟ ਹੋਣਗੇ। ਇਸੇ ਨੂੰ ਕਹਿੰਦੇ ਨੇ ਆਪੇ ਮਿਲਿਆ ਆਏ। ਤਾਂ ਦੇਖੋ ਕਿੰਨਾ ਸੌਖਾ ਹੈ ਨਾ ਰੱਬ ਨੂੰ ਪ੍ਰਗਟ ਕਰਨਾ। ਅਸੀਂ ਸਿਰਫ ਪ੍ਰਗਟ ਕਰਨਾ ਹੈ, ਅੰਦਰ ਤਾਂ ਵਸ ਰਿਹਾ ਹੈ, ਮੇਰੇ ਵੀ ਅੰਦਰ ਹੈ, ਤੁਹਾਡੇ ਵੀ ਅੰਦਰ ਹੈ, ਹਰ ਇੱਕ ਦੇ ਅੰਦਰ ਹੈ। ਤੇ ਪ੍ਰਗਟ ਹੋਣਾ ਹੈ ਉਹਨੇ ਗੁਰੂ ਗਿਆਨ ਰਾਹੀਂ। ਤੇ ਗੁਰੂ ਦੇ ਗਿਆਨ ਦੀ ਸਾਨੂੰ ਸਮਝ ਤਾਂ ਆ ਰਹੀ ਹੈ ਨਾ ਸਾਰਿਆਂ ਨੂੰ ਕਿ ਅਸੀਂ ਗੁਣਾਂ ਨੂੰ ਯੂਜ਼ ਕਰਨਾ ਹੈ। ਗੁਣ ਸਾਡੇ ਅੰਦਰ ਨੇ, ਅਸੀਂ ਹੁਕਮ ਰਜ਼ਾ ਵਿੱਚ ਚੱਲਣਾ ਹੈ। ਜਿਵੇਂ ਅਸੀਂ 6 ਗੱਲਾਂ ਬਾਰ-ਬਾਰ ਦੁਹਰਾਉਂਦੇ ਹਾਂ, ਉਹਦੇ ਤੇ ਅਮਲ ਕਰਨਾ ਹੈ। ਤੇ ਜੇ ਅਮਲ ਕਰ ਲਓ ਤੇ ਰੱਬ ਪ੍ਰਗਟ ਹੋ ਜਾਏਗਾ ਜ਼ਿੰਦਗੀ ਚੋਂ, ਆਪੇ ਮਿਲਿਆ ਆਏ। ਮਹਿਲਾ ਤੀਜਾ, ਇਹ ਮਨ ਇਹ ਤਨ ਨਾਮ ਹੈ, ਜਿਤ ਸਦਾ ਸਦਾ ਸੁਖ ਹੋਏ। ਜਿਤ ਦਾ ਮਤਲਬ ਜਿਸ ਨਾਲ, ਕਿ ਹੈ ਮੇਰੇ ਮਨ, ਤੇ ਨਾਮ ਹੀ ਇੱਕ ਐਸਾ ਧਨ ਹੈ ਜਿਸ ਰਾਹੀਂ ਸਦਾ ਸਦਾ ਸੁਖ ਮਾਣਿਆ ਜਾ ਸਕਦਾ ਹੈ। ਹਮੇਸ਼ਾ ਸੁਖ ਹੁੰਦਾ ਹੈ, ਹਰ ਪਲ, ਹਰ ਥਾਂ ਤੇ, ਹਰ ਵਿਅਕਤੀ ਵਿਸ਼ੇਸ਼, ਆਮ, ਖਾਸ ਸੁਖ ਮਾਣ ਸਕਦਾ ਹੈ। ਤੇ ਉਹ ਧਨ ਇੱਕੋ ਹੀ ਹੈ, ਨਾਮ ਧਨ, ਜਿਹਦੇ ਰਾਹੀਂ ਹਮੇਸ਼ਾ ਸੁਖੀ ਬੰਦਾ ਰਹਿ ਸਕਦਾ ਹੈ। ਤੇ ਨਾਮ ਦਾ ਮਤਲਬ ਜੀ, ਨਾਮ ਦਾ ਅਰਥ ਕੀ ਹੈ? ਨਾਮ ਦਾ ਮਤਲਬ ਹੁਕਮ ਜਾਂ ਰੱਬ ਦੇ ਗੁਣ। ਹੁਣ ਹੁਕਮ ਦੇ ਅੰਦਰ ਰਹੋਗੇ ਤੇ ਸੁਖੀ ਰਹੋ। ਜਦੋਂ ਹੁਕਮ ਨੂੰ ਤੋੜਾਂਗੇ ਉਦੋਂ ਦੁੱਖ ਹੋਏਗਾ। ਜੇ ਅਸੀਂ ਇਹ ਲਾਅ ਆਫ ਨੇਚਰ ਨੂੰ ਨਾ ਤੋੜੀਏ ਤਾਂ ਅਸੀਂ ਸੁਖੀ ਰਹਾਂਗੇ। ਜੇ ਅਸੀਂ ਟ੍ਰੈਫਿਕ ਦੇ ਨਿਯਮਾਂ ਨੂੰ ਨਾ ਤੋੜੀਏ ਤਾਂ ਅਸੀਂ ਠੀਕ ਢੰਗ ਤੇ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਵਾਂਗੇ। ਦੁੱਖ ਉਦੋਂ ਹੁੰਦਾ ਹੈ, ਐਕਸੀਡੈਂਟ ਉਦੋਂ ਹੁੰਦਾ ਹੈ ਜਦੋਂ ਟ੍ਰੈਫਿਕ ਦੇ ਨੇਮ ਟੁੱਟਦੇ ਨੇ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਨੇਮ ਤੋੜਦੇ ਹੋ ਜਾਂ ਕਿ ਕੋਈ ਹੋਰ ਦੂਜੀ ਸਾਈਡ ਵਾਲਾ ਤੋੜਦਾ ਹੈ। ਐਕਸੀਡੈਂਟ ਉਦੋਂ ਹੋਣਾ ਜਦੋਂ ਨੇਮ ਟੁੱਟਣਗੇ। ਜੇ ਸਾਰੇ ਨੇਮ ਦੇ ਵਿੱਚ ਤੁਰੇ ਜਾਣ ਤੇ ਆਪਣੀ ਜਗ੍ਹਾ ਤੇ ਠੀਕ ਪਹੁੰਚ ਜਾਣਗੇ। ਇਸੇ ਤਰ੍ਹਾਂ ਪਰਿਵਾਰ ਦੇ ਅੰਦਰ ਦੁੱਖ ਕਦੋਂ ਹੁੰਦਾ ਹੈ? ਜਦੋਂ ਅਸੀਂ ਨੇਮਾਂ ਨੂੰ ਤੋੜਦੇ ਹਾਂ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਨੇਮ ਨੂੰ ਤੋੜ ਰਿਹਾ, ਬੱਚੇ ਤੋੜ ਰਹੇ ਨੇ ਜਾਂ ਮਾਪੇ ਤੋੜ ਰਹੇ ਨੇ, ਭੈਣ ਨੇਮ ਨੂੰ ਤੋੜ ਰਹੀ ਹੈ ਜਾਂ ਭਰਾ ਤੋੜ ਰਿਹਾ ਹੈ, ਪਤੀ ਤੋੜ ਰਿਹਾ ਹੈ, ਪਤਨੀ ਤੋੜ ਰਹੀ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਲੇਕਿਨ ਦੁੱਖ ਜਿਹੜਾ ਕਲੇਸ਼ ਹੈ ਉਹ ਨੇਮ ਦੇ ਟੁੱਟਣ ਨਾਲ ਹੈ। ਤੇ ਜੇ ਨੇਮ ਜਿਹੜੇ ਨੇ, ਮਰਿਆਦਾ ਜਿਹੜੀ ਹੈ, ਨਿਯਮਾਵਲੀ ਹੈ, ਉਹਦੇ ਵਿੱਚ ਰਿਹਾ ਜਾਏ ਤਾਂ ਉਹਦੇ ਵਿੱਚ ਤਾਂ ਸੁੱਖ ਹੀ ਸੁੱਖ ਹੈ। ਫਾਰ ਐਗਜ਼ਾਮਪਲ, ਇੱਕ ਬੱਚਾ ਸਕੂਲ ਵਿੱਚ ਜਾ ਰਿਹਾ ਹੈ ਤੇ ਜੇ ਉਹ ਨੇਮਾਂ ਨੂੰ ਸਹੀ ਫਾਲੋ ਕਰਦਾ ਹੈ, ਸਕੂਲ ਜਾਂਦਾ ਹੈ, ਮਾਸਟਰ ਦੀ ਗੱਲ ਧਿਆਨ ਨਾਲ ਸੁਣਦਾ ਹੈ, ਧਿਆਨ ਨਾਲ ਪੜ੍ਹਦਾ ਹੈ, ਧਿਆਨ ਨਾਲ ਪੇਪਰ ਦਿੰਦਾ ਤਾਂ ਪਾਸ ਹੋ ਜਾਂਦਾ। ਪਰ ਜੇ ਕਿਤੇ ਵਿੱਚੋਂ ਨੇਮਾਂ ਨੂੰ ਤੋੜੇਗਾ ਤੇ ਫੇਲ ਹੋ ਜਾਏਗਾ। ਇਸੇ ਤਰ੍ਹਾਂ ਸਾਡੀ ਬਾਕੀ ਦੀ ਸਾਰੀ ਜ਼ਿੰਦਗੀ ਹੈ। ਰਾਜਨੀਤੀ, ਜੇ ਉਹਦੇ ਵਿੱਚ ਨੇਮਾਂ ਨੂੰ ਫੋਲੋ ਕੀਤਾ ਜਾਏ, ਸਹੀ ਨੇਮ ਬਣਾਏ ਜਾਣ, ਸਹੀ ਕਾਨੂੰਨ ਬਣਾਏ ਜਾਣ, ਰਾਜਨੀਤਿਕ ਲੋਕ ਉਹਨਾਂ ਨੂੰ ਆਪ ਫੋਲੋ ਕਰਨ, ਦੂਜਿਆਂ ਨੂੰ ਵੀ, ਤਾਂ ਦੇਸ਼ ਜਿਹੜੇ ਨੇ ਤਰੱਕੀ ਕਰ ਜਾਣਗੇ। ਜਦੋਂ ਨੇਮ ਟੁੱਟਣਗੇ ਤਾਂ ਉਦੋਂ ਰਾਜਨੀਤੀ ਵਿੱਚ ਵੀ ਗੜਬੜ ਹੋਏਗੀ। ਸਮਾਜ ਜਿਹੜਾ ਹੈ, ਜੇਕਰ ਸਮਾਜ ਦੇ ਅੰਦਰ ਨੇਮ ਹੋਣ, ਸਹੀ ਨਿਯਮਾਵਲੀ ਹੈ ਨਾ ਕੋਈ ਸੋਸ਼ਲ ਲਾਈਫ ਦੀ ਵੀ, ਉਹਨੂੰ ਜੇ ਫੋਲੋ ਕੀਤਾ ਜਾਏ ਚੰਗੀ ਤਰ੍ਹਾਂ ਤਾਂ ਸਮਾਜ ਦੇ ਅੰਦਰ ਸ਼ਾਂਤੀ ਰਹੇਗੀ
ਤੇ ਜਦੋਂ ਨੇਮ ਤੋੜ ਦਿੱਤੇ ਗਏ, ਬ੍ਰਾਹਮਣ ਖੱਤਰੀ ਸ਼ੂਦਰ ਦੇ ਰੂਪ ਵਿੱਚ ਵੰਡ ਦਿੱਤਾ ਗਿਆ, ਜਾਂ ਅੱਜ ਅਸੀਂ ਜਾਤੀਵਾਦ ਵਿੱਚ ਵੰਡੇ ਪਏ ਹਾਂ, ਤਾਂ ਅਸ਼ਾਂਤੀ ਹੈ। ਨੇਮਾਂ ਨੂੰ ਫੋਲੋ ਕਰੋ। ਧਰਮ ਦੀ ਦੁਨੀਆ ਵਿੱਚ ਨੇਮ ਨੇ ਨਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਜੇ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਫਰਜ਼ਾਂ ਨੂੰ ਨਿਭਾਈਏ ਸਾਰੇ ਲੋਕ, ਤਾਂ ਹਮੇਸ਼ਾ ਸੁਖ ਰਹੇਗਾ। ਆਰਥਿਕ ਦੁਨੀਆ ਹੈ ਤਾਂ ਉਹਦੇ ਵਿੱਚ ਵੀ ਨੇਮ ਨੇ ਨਾ ਕੁਝ, ਉਹਨਾਂ ਨੇਮਾਂ ਨੂੰ ਫੋਲੋ ਕਰੋਗੇ। ਜੋ ਵੀ ਕੋਈ ਵਪਾਰ ਕਰਦਾ ਹੈ, ਜੌਬ ਕਰਦਾ ਹੈ, ਨੌਕਰੀ ਪੇਸ਼ਾ ਜਾਂ ਕੁਛ ਵੀ ਹੈ, ਜਿੰਨੀ ਉਹਦੀ ਇਨਕਮ ਹੈ ਉਹਦੇ ਮੁਤਾਬਕ ਉਹ ਬਜਟ ਬਣਾਏਗਾ, ਤਾਂ ਉਹਦੇ ਮੁਤਾਬਕ ਉਹਦੇ ਜੀਵਨ ਵਿੱਚ ਸੁਖ ਰਹੇਗਾ। ਤੇ ਜੇ ਬਜਟ ਨੂੰ ਤੋੜੇਗਾ ਜਾਂ ਨਿਯਮਾਵਲੀ ਨੂੰ ਫੋਲੋ ਨਹੀਂ ਕਰੇਗਾ ਤਾਂ ਦੁੱਖ ਆਉਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਹ ਮਨ ਇਹ ਤਨ ਨਾਮ ਹੈ, ਕਿ ਪ੍ਰਭੂ ਦਾ ਹੁਕਮ ਹੀ ਇੱਕ ਐਸਾ ਧਨ ਹੈ ਜਿਤ ਸਦਾ ਸਦਾ ਸੁਖ ਹੋਏ, ਜਿਸ ਕਰਕੇ ਸदैवी ਸੁਖ ਜ਼ਿੰਦਗੀ ਦੇ ਅੰਦਰ ਮਿਲ ਸਕਦਾ ਹੈ। ਜੇ ਅਸੀਂ ਰੱਬ ਦੀ ਸਿਫਤ ਸਲਾਹ ਕਰੀਏ, ਰੱਬੀ ਗੁਣਾਂ ਨੂੰ ਮਨ ਬਚਨ ਕਰਮ ਕਰਕੇ ਫੋਲੋ ਕਰੀਏ, ਤਾਂ ਸੁਖੀ ਔਰ ਸ਼ਾਂਤ ਅਸੀਂ ਹੋ ਸਕਦੇ ਹਾਂ। ਟੋਟਾ ਮੂਲ ਨਾ ਆਵਈ, ਲਾਹਾ ਸਦ ਹੀ ਹੋਏ। ਰੱਬੀ ਹੁਕਮ ਦੇ ਅੰਦਰ ਤੁੜਨ ਦੇ ਨਾਲ ਘਾਟਾ ਕਦੇ ਵੀ ਨਹੀਂ ਪੈਂਦਾ। ਟੋਟਾ ਦਾ ਮਤਲਬ ਘਾਟਾ ਨਹੀਂ ਪੈਂਦਾ। ਲਾਹਾ ਸਦ ਹੀ ਹੋਏ, ਤੇ ਲਾਭ ਹਮੇਸ਼ਾ ਹੀ ਬਣਿਆ ਰਹਿੰਦਾ। ਜੇ ਜ਼ਿੰਦਗੀ ਨੂੰ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਾ ਕੀਤਾ ਜਾਏ, ਜੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾਇਆ ਜਾਏ, ਜ਼ਿੰਦਗੀ ਜੀਵੀ ਜਾਏ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕੀਤਾ ਜਾਏ, ਤਾਂ ਦੱਸੋ ਜ਼ਿੰਦਗੀ 'ਚ ਕੋਈ ਘਾਟਾ ਪਏਗਾ? ਸਿਰ ਹਿਲਾਓਗੇ ਪਤਾ ਲੱਗ ਜਾਣਾ ਹਾਂ ਜਾਂ ਨਾ, ਕੋਈ ਘਾਟਾ ਪਏਗਾ? ਨਹੀਂ ਪਏਗਾ ਨਾ। ਤੇ ਲਾਭ ਹਮੇਸ਼ਾ ਹੋਏਗਾ। ਸੱਚ ਦਾ ਨੁਕਸਾਨ ਨਹੀਂ ਹੈ, ਦਇਆ ਦਾ ਨੁਕਸਾਨ ਨਹੀਂ ਹੈ। ਸੱਚ ਦਾ, ਦਇਆ ਦਾ, ਧਰਮ ਦਾ, ਪ੍ਰੇਮ ਦਾ, ਇਨਸਾਨੀਅਤ ਦਾ, ਇਹਨਾਂ ਦਾ ਤੇ ਲਾਭ ਹੀ ਹੈ। ਜਿਵੇਂ ਜਿਵੇਂ ਇਹਨਾਂ ਨੂੰ ਵਰਤੋਗੇ ਲਾਭ ਹੁੰਦਾ ਚਲਾ ਜਾਏਗਾ। ਤਾਂ ਕਦੇ ਵੀ ਰੱਬੀ ਹੁਕਮ ਦੇ ਅੰਦਰ ਤੁਰਨ ਦੇ ਨਾਲ, ਰੱਬੀ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਆਤਮਿਕ ਜੀਵਨ ਵਿੱਚ ਘਾਟਾ ਨਹੀਂ ਪੈਂਦਾ, ਸਗੋਂ ਹਮੇਸ਼ਾ ਲਾਭ ਬਣਿਆ ਰਹਿੰਦਾ ਹੈ ਔਰ ਸੁਖ ਵੱਧਦਾ ਜਾਂਦਾ ਹੈ। ਖਾਧੈ ਖਰਚੈ ਟੋਟ ਨਾ ਆਵਈ, ਸਦਾ ਸਦਾ ਉਹ ਦੇ। ਖਾਣ ਤੇ ਖਰਚਣ ਨਾਲ, ਖਾਧੇ ਦਾ ਮਤਲਬ ਖਾਣ ਨਾਲ, ਖਰਚੇ ਦਾ ਮਤਲਬ ਖਰਚਣ ਨਾਲ, ਟੋਟ ਦਾ ਮਤਲਬ ਘਾਟਾ। ਖਾਣ ਖਰਚਣ ਦੇ ਨਾਲ ਕਦੇ ਵੀ ਘਾਟਾ ਨਹੀਂ ਹੁੰਦਾ। ਸਦਾ ਸਦਾ ਉਹ ਦੇ, ਉਹ ਰੱਬ ਜਿਹੜਾ ਹੈ ਸਦਾ ਦੇ ਹੀ ਜਾ ਰਿਹਾ ਹੈ। ਜੇ ਹੁਣ ਗੁਣਾਂ ਨੂੰ ਵਰਤੋਗੇ, ਗੁਣਾਂ ਨੂੰ ਖਾਓ ਖਰਚੋਗੇ, ਲਾਸਟ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਜੀ ਨੇ ਬਚਨ ਕੀਤਾ ਨਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੇ, ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਉਹਦਾ ਉਧਾਰ ਹੋ ਜਾਏਗਾ ਜੇ ਕੋਈ ਖਾਏ ਖਰਚੇਗਾ। ਤਾਂ ਜੇ ਇਹਨਾਂ ਗੁਣਾਂ ਨੂੰ ਖਾਈਏ ਖਰਚੀਏ, ਗੁਣਾਂ ਨੂੰ ਵਰਤੀਏ, ਗੁਣਾਂ ਨੂੰ ਇੰਪਲੀਮੈਂਟ ਕਰੀਏ, ਤਾਂ ਕਦੇ ਇਹਨਾਂ ਦਾ ਘਾਟਾ ਨਹੀਂ ਹੋਣਾ। ਸਦਾ ਸਦਾ ਉਹ ਗੁਣ ਦੇ ਹੀ ਜਾ ਰਿਹਾ ਹੈ। ਅੰਦਰ ਅਨੰਤ ਅਨੰਤ ਗੁਣ ਭਰੇ ਪਏ ਨੇ। ਇਹਨਾਂ ਗੁਣਾਂ ਦਾ ਕਦੇ ਵੀ ਘਾਟਾ ਨਹੀਂ ਪੈਣਾ, ਕਦੇ ਵੀ ਇਹਨਾਂ ਨੇ ਖਤਮ ਨਹੀਂ ਹੋਣਾ, ਔਰ ਸੁੱਖ ਹਮੇਸ਼ਾ ਵੱਧਦਾ ਚਲਾ ਜਾਏਗਾ ਜੇ ਇਹਨਾਂ ਨੂੰ ਖਾਈਏ ਖਰਚੀਏ। ਪਰ ਜੇ ਇਹਨਾਂ ਨੂੰ ਖਾਈਏ ਖਰਚੀਏ ਨਾ, ਫਿਰ ਤਾਂ ਘਾਟਾ ਹੀ ਹੈ ਨਾ। ਖਾ ਖਰਚ ਅਸੀਂ ਕਿਹਨੂੰ ਰਹੇ ਹਾਂ? ਝੂਠ ਨੂੰ। ਈਰਖਾ ਅਸੀਂ ਖਰਚ ਰਹੇ ਹਾਂ। ਕ੍ਰੋਧ ਨੂੰ ਅਸੀਂ ਖਾ ਰਹੇ ਹਾਂ, ਖਰਚ ਰਹੇ ਹਾਂ, ਮੀਨਸ ਵਰਤ ਰਹੇ ਹਾਂ, ਕ੍ਰੋਧ ਨੂੰ ਵਰਤ ਰਹੇ ਹਾਂ, ਜੈਲਸੀ ਨੂੰ ਵਰਤ ਰਹੇ ਹਾਂ, ਅਹੰਕਾਰ ਨੂੰ ਵਰਤ ਰਹੇ ਹਾਂ, ਤਾਂ ਇਹ ਤਾਂ ਘਾਟਾ ਹੀ ਘਾਟਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਰੱਬੀ ਰਜਾ ਦੇ ਅੰਦਰ ਜ਼ਿੰਦਗੀ ਗੁਜ਼ਾਰੋਗੇ, ਰੱਬੀ ਗੁਣਾਂ ਦੇ ਧਾਰਨੀ ਹੋਵੋਗੇ, ਤੇ ਮਾਨਸਿਕ ਆਤਮਿਕ ਖੁਰਾਕ ਨੂੰ ਖਾਓ ਵਰਤੋਗੇ, ਤਾਂ ਇਹਦੇ ਵਿੱਚ ਕਦੇ ਵੀ ਘਾਟਾ ਨਹੀਂ ਹੈ। ਰੱਬ ਹਮੇਸ਼ਾ ਸ਼ੁਭ ਗੁਣਾਂ ਦੀ ਦਾਤ ਦੇ ਹੀ ਜਾਂਦਾ ਹੈ, ਆਨੰਦ ਮੰਗਲ ਵਾਲਾ ਜੀਵਨ ਦੇ ਹੀ ਜਾਂਦਾ ਹੈ। ਸਹਿਸਾ ਮੂਲ ਨਾ ਹੋਵਈ, ਹਾਨਤ ਕਦੇ ਨਾ ਹੋਏ। ਸਹਿਸਾ ਦਾ ਮਤਲਬ ਤੌਖਲਾ, ਸ਼ੱਕ, ਭਰਮ, ਤੇ ਹਾਨਤ ਦਾ ਮਤਲਬ ਹਾਨੀ, ਹਾਨ, ਸ਼ਰਮਿੰਦਗੀ, ਨੁਕਸਾਨ, ਘਾਟਾ। ਸਹਿਸਾ ਮੂਲ ਨਾ ਹੋਵਈ, ਕਦੇ ਵੀ ਚਿੰਤਾ ਨਹੀਂ ਰਹਿੰਦੀ, ਸ਼ੱਕ ਨਹੀਂ ਇਸ ਚੀਜ਼ ਦੇ ਅੰਦਰ ਕਿ ਜੇ ਰੱਬੀ ਗੁਣਾਂ ਦੀ ਅਸੀਂ ਵਰਤੋਂ ਕਰਾਂਗੇ ਪਤਾ ਨਹੀਂ ਸੁੱਖ ਹੋਏਗਾ ਕਿ ਨਹੀਂ ਹੋਏਗਾ। ਇਹ ਸ਼ੰਕਾ ਵਾਲੀ ਗੱਲ ਹੀ ਨਹੀਂ ਹੈ। ਇਹਦੇ ਤੇ ਸੰਸਾ ਹੈ ਹੀ ਨਹੀਂ, ਭਰਮ ਹੈ ਹੀ ਨਹੀਂ ਕਿ ਚੰਗੀ ਜ਼ਿੰਦਗੀ ਜੀਣ ਦੇ ਨਾਲ ਮਹਾਨਤਾ ਨਾ ਮਿਲੇ, ਆਦਰ ਨਾ ਮਿਲੇ, ਸੁਖ ਸ਼ਾਂਤੀ ਨਾ ਹੋਵੇ। ਇਹ ਸ਼ੰਕਾ ਵਾਲੀ ਗੱਲ ਹੀ ਹੈ ਨਹੀਂ। ਸਹਿਸਾ ਮੂਲ ਨਾ ਹੋਵੇ। ਦੂਜੀ ਗੱਲ, ਜਿਹੜਾ ਇਨਸਾਨ ਇਹਨਾਂ ਸ਼ੁਭ ਗੁਣਾਂ ਨੂੰ ਵਰਤੇਗਾ, ਉਹਦੇ ਮਨ ਦੇ ਅੰਦਰ ਕਦੇ ਚਿੰਤਾ ਰੋਗ ਵੀ ਨਹੀਂ ਆਏਗਾ, ਉਹਨੂੰ ਪਛਤਾਵਾ ਵੀ ਨਹੀਂ ਹੋਏਗਾ। ਦੇਖੋ, ਜੇ ਮੈਂ ਚੋਰੀ ਕੀਤੀ ਹੋਈ ਤੁਹਾਡੀ,
ਤੇ ਮੇਰੇ ਅੰਦਰ ਡਰ ਵੀ ਪੈਦਾ ਹੋਏਗਾ, ਯਾਰ ਪਤਾ ਨਾ ਲੱਗ ਜਾਏ। ਔਰ ਫਿਰ ਕਈ ਵਾਰ ਮੇਰੀ ਜ਼ਿੰਦਗੀ ਵਿੱਚ ਪਛਤਾਵਾ ਵੀ ਹੋ ਸਕਦਾ ਵੀ ਮੇਰੇ ਨਾਲ ਇੰਨਾ ਪਿਆਰ ਕਰਦੇ ਸੀ ਤੇ ਮੈਂ ਕਿੰਨਾ ਵਿਸ਼ਵਾਸਘਾਤ ਕੀਤਾ ਹੈ, ਪਛਤਾਵਾ ਵੀ ਹੋ ਸਕਦਾ ਹੈ। ਪਰ ਜੇ ਮੈਂ ਤੁਹਾਡੀ ਕੋਈ ਹੈਲਪ ਕੀਤੀ ਹੋਈ ਹੋਵੇ, ਤੁਹਾਡੀ ਹੈਲਪ ਕੀਤੀ ਹੋਵੇ, ਤਾਂ ਮੈਨੂੰ ਇਸ ਗੱਲ ਦੀ ਚਿੰਤਾ ਥੋੜੀ ਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਹੈਲਪ ਉਹਨੇ ਕੀਤੀ ਹੈ ਤੇ ਪਤਾ ਨਹੀਂ ਕੀ ਬਣੇਗਾ। ਇਹਦਾ ਕੀ ਹੈ, ਖੁਸ਼ੀ ਹੈ ਤਾਂ। ਔਰ ਕਦੇ ਮੈਨੂੰ ਪਛਤਾਵਾ ਵੀ ਨਹੀਂ ਹੋਣਾ ਕਿ ਮੈਂ ਹੈਲਪ ਕਿਉਂ ਕੀਤੀ ਹੈ। ਚੰਗੇ ਗੁਣਾਂ ਦੇ ਨਾਲ ਨਾ ਤਾਂ ਜ਼ਿੰਦਗੀ ਵਿੱਚ ਚਿੰਤਾ ਹੀ ਹੁੰਦੀ ਹੈ, ਨਾ ਪਛਤਾਵਾ ਹੀ ਹੁੰਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਰੱਬੀ ਰਜ਼ਾ ਦੇ ਵਿੱਚ ਤੁਰਨ ਦੇ ਨਾਲ ਕੋਈ ਤੌਖਲਾ ਨਹੀਂ ਰਹਿੰਦਾ, ਚਿੰਤਾ ਨਹੀਂ ਰਹਿੰਦੀ, ਔਰ ਕਦੇ ਵੀ ਆਤਮਿਕ ਜੀਵਨ ਦੇ ਅੰਦਰ ਘਾਟਾ ਨਹੀਂ ਹੁੰਦਾ, ਕਦੇ ਵੀ ਐਸੇ ਬੰਦੇ ਦਾ ਅਪਮਾਨ ਨਹੀਂ ਹੁੰਦਾ, ਉਹਨੂੰ ਕਦੇ ਘਾਟਾ ਨਹੀਂ ਪੈਂਦਾ। ਨਾਨਕ ਗੁਰਮੁਖ ਪਾਈ ਹੈ ਜਾ ਕੋ ਨਦਰ ਕਰੇ। ਹੁਣ ਫਿਰ ਦੱਸ ਰਹੇ ਨੇ ਕਿ ਜਿਸ ਦੇ ਉੱਤੇ ਰਹਿਮਤ ਹੁੰਦੀ ਹੈ ਉਹ ਪਾਉਂਦਾ ਹੈ। ਤੇ ਰਹਿਮਤ ਕਿਵੇਂ ਹੁੰਦੀ ਹੈ, ਉਹ ਪਾਉਂਦਾ ਕਿਵੇਂ ਹੈ? ਗੁਰਮੁਖ ਪਾਈ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੇ ਸਨਮੁਖ ਹੋਇਆ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵਿਆ। ਕਿ ਇਹ ਨਾਨਕ ਜਿਸ ਮਨੁੱਖ ਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਤਾਂ ਉਹਨੂੰ ਗੁਰੂ ਦੇ ਰਾਹੀਂ ਇਹ ਸਾਰੀਆਂ ਦਾਤਾਂ ਮਿਲ ਜਾਂਦੀਆਂ ਨੇ। ਉਹ ਗੁਰੂ ਦੇ ਰਾਹੀਂ ਰੱਬ ਨੂੰ ਪਾ ਲੈਂਦਾ ਹੈ, ਗੁਣਾਂ ਨੂੰ ਪਾ ਲੈਂਦਾ ਹੈ, ਸੁੱਖਾਂ ਨੂੰ ਪਾ ਲੈਂਦਾ ਹੈ, ਮੁਕਤੀ ਨੂੰ ਪਾ ਲੈਂਦਾ ਹੈ। ਯਾਨੀ ਰੱਬ ਨੂੰ ਉਹ ਪਾ ਲੈਂਦਾ ਕਿਵੇਂ? ਗੁਰੂ ਦੇ ਜ਼ਰੀਏ। ਤਾਂ ਹੁਣ ਮੇਨ ਚੀਜ਼ ਕੀ ਆ ਗਈ? ਜੇ ਅਸੀਂ ਇਹ ਸਾਰੀਆਂ ਦਾਤਾਂ ਪਾਣੀਆਂ ਚਾਹੁੰਦੇ ਹਾਂ ਕਿ ਸਾਡੇ ਅੰਦਰੋਂ ਰੱਬ ਪ੍ਰਗਟ ਹੋ ਜਾਏ, ਅਸੀਂ ਰੱਬ ਵਿੱਚ ਅਭੇਦ ਹੋ ਜਾਈਏ, ਸਾਡੀਆਂ ਚਿੰਤਾਵਾਂ, ਝੋਰੇ, ਕਾੜੇ, ਅੰਦੇਸ਼ੇ ਆਦਿਕ ਮੁੱਕ ਜਾਣ, ਸਾਡੇ ਆਤਮਿਕ ਜੀਵਨ ਵਿੱਚ ਕਦੇ ਘਾਟਾ ਨਾ ਪਏ, ਹਮੇਸ਼ਾ ਲਾਭ ਹੀ ਲਾਭ ਹੋਏ, ਤਾਂ ਉਹਦੇ ਵਾਸਤੇ ਕੀ ਸਾਧਨ ਹੈ? ਗੁਰਮੁਖ ਪਾਈ ਹੈ। ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ। ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਜੋ ਅਪਣਾਏਗਾ ਉਹ ਇਨਸਾਨ ਰੱਬੀ ਰਹਿਮਤ ਦਾ ਪਾਤਰ ਵੀ ਬਣੇਗਾ, ਉਹ ਪ੍ਰਭੂ ਨੂੰ ਵੀ ਪਾਏਗਾ, ਉਹਦੀ ਜ਼ਿੰਦਗੀ ਅੰਦਰ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਵੀ ਪਾਏਗੀ। ਪੌੜੀ, ਆਪੇ ਸਭ ਘਟ ਅੰਦਰੇ, ਆਪੇ ਹੀ ਬਾਹਰ। ਘਟ ਦਾ ਮਤਲਬ ਸਰੀਰ। ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਜੋ ਪਿਛਲੇ ਸ਼ਲੋਕ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ, ਜੋ ਐਸੀ ਜ਼ਿੰਦਗੀ ਜੀਂਦਾ ਹੈ, ਫਿਰ ਉਹਨੂੰ ਪਤਾ ਲੱਗ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ, ਫਿਰ ਉਹ ਆਪਣੇ ਤਜਰਬੇ ਦੇ ਵਿੱਚੋਂ ਵੇਖਦਾ ਹੈ ਤੇ ਸਮਝ ਆ ਜਾਂਦੀ ਹੈ। ਆਪੇ ਸਭ ਘਟ ਅੰਦਰੇ, ਆਪੇ ਹੀ ਬਾਹਰ। ਆਪ ਹੀ ਸਾਰੇ ਸ਼ਰੀਰਾਂ ਵਿੱਚ ਹੈ ਔਰ ਆਪ ਹੀ ਸ਼ਰੀਰਾਂ ਚੋਂ ਬਾਹਰ ਯਾਨੀ ਸੰਸਾਰ ਵਿੱਚ ਵਿਆਪਿਆ ਹੋਇਆ ਹੈ। ਮੇਰੇ ਸਰੀਰ ਦੇ ਵਿੱਚ ਉਹ ਹੀ ਹੈ। ਮੈਨੂੰ ਸਮਝ ਆ ਜਾਏਗੀ ਕਿ ਮੇਰੇ ਸਰੀਰ ਵਿੱਚ ਵੀ ਉਹ ਅਵਸਥਾ ਹੈ, ਉਹਦੀ ਸੱਤਿਆ ਹੈ। ਤੇ ਬਾਹਰ ਦਾ ਮਤਲਬ ਤੁਹਾਡੇ ਸਰੀਰ ਵਿੱਚ ਵੀ ਉਹ ਹੈ। ਹਵਾ, ਪੌਣ, ਪਾਣੀ, ਬੈਸੰਤਰ, ਜਿੰਨੇ ਵੀ ਜੀਵ ਜੰਤੂ ਨੇ, ਉਹਨਾਂ ਦੇ ਅੰਦਰ ਵੀ ਉਹੀ ਹੈ। ਜਿਹੜੇ ਸਿਸਟਮ ਨਾਲ ਮੇਰਾ ਸਰੀਰ ਚੱਲ ਰਿਹਾ ਹੈ, ਉਸੇ ਸਿਸਟਮ ਨਾਲ ਹੀ ਤੁਹਾਡਾ ਚੱਲ ਰਿਹਾ ਹੈ। ਤੁਹਾਡਾ ਸਰੀਰ ਕੋਈ ਵੱਖਰੇ ਸਿਸਟਮ ਨਾਲ ਨਹੀਂ ਚੱਲ ਰਿਹਾ, ਮੇਰਾ ਕੋਈ ਵੱਖਰੇ ਨਾਲ ਨਹੀਂ ਚੱਲ ਰਿਹਾ। ਗੱਲ ਤਾਂ ਸਮਝ ਪੈਂਦੀ ਹੈ, ਪਰ ਗੱਲ ਤਾਂ ਇਹਨੂੰ ਇੰਪਲੀਮੈਂਟ ਕਰਨ ਦੀ ਨਾ ਆਪਸ ਦੇ ਵਿੱਚ। ਆਪੇ ਸਭ ਘਟ ਅੰਦਰੇ, ਆਪੇ ਹੀ ਬਾਹਰ। ਉਹ ਅੰਦਰ ਬਾਹਰ ਆਪ ਸਮਾਇਆ ਹੋਇਆ ਹੈ। ਹੁਣ ਇਹ ਗੱਲ ਠੀਕ ਹੈ, ਸਾਡੀ ਸਮਝ ਵਿੱਚ ਬਹਿ ਗਈ, ਅਸੀਂ ਸਮਝ ਲਿਆ ਇਸ ਚੀਜ਼ ਨੂੰ। ਪਰ ਜਿਹੜੀ ਮੇਨ ਗੱਲ ਹੈ ਨਾ, ਮੇਨ ਜੋ ਚੀਜ਼ ਹੈ, ਉਹ ਹੈ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਦੀ। ਇੰਪਲੀਮੈਂਟ ਕਰਨ ਦੇ ਨਾਲ ਉਹ ਸੁੱਖ, ਉਹ ਆਨੰਦ ਆਏਗਾ ਕਿ ਜੇ ਅਸੀਂ ਸਮਝਦੇ ਹਾਂ ਕਿ ਇੱਕ ਦੂਜੇ ਸਾਰਿਆਂ ਵਿੱਚ ਰੱਬ ਵਸਦਾ ਹੈ, ਤਾਂ ਫਿਰ ਇੱਕ ਦੂਜੇ ਬੰਦੇ ਨਾਲ ਅਸੀਂ ਰੱਬ ਵਰਗਾ ਪਿਆਰ ਔਰ ਵਿਹਾਰ ਕਰੀਏ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੀਏ। ਜੇ ਦੁਨੀਆ ਦਾ ਹਰ ਬੰਦਾ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਲੈ, ਤਾਂ ਕਦੇ ਸੋਚੋ ਕਿ ਸੰਸਾਰ ਔਰ ਸਮਾਜ ਔਰ ਜੀਵਨ ਕਿੰਨਾ ਸੌਖਾ ਹੋ ਜਾਏਗਾ। ਕਿਤੇ ਘਰੋਂ ਬਾਹਰ ਜਾਣ ਲੱਗਿਆ ਕੁੰਡਾ ਲਾਉਣ ਦੀ ਲੋੜ ਹੀ ਨਹੀਂ ਪੈਣੀ। ਮਾੜਾ ਜਿਹਾ ਕੁੰਡਾ ਲਾ ਕੇ ਵੀ ਕੁੱਤਾ ਬਿੱਲੀ ਨਾ ਅੰਦਰ ਵੜ ਜਾਏ, ਖਤਰਾ ਹੀ ਨਹੀਂ ਹੈ ਨਾ ਕੋਈ। ਜਦੋਂ ਹਰ ਇਨਸਾਨ ਇਹਨਾਂ ਚੀਜ਼ਾਂ ਨੂੰ ਜੇ ਇੰਪਲੀਮੈਂਟ ਕਰੇ, ਤਾਂ ਮੈਨੂੰ ਤੁਹਾਡੇ ਤੋਂ ਕਾਹਦਾ ਖਤਰਾ ਹੈ ਔਰ ਤੁਹਾਨੂੰ ਮੇਰੇ ਤੋਂ ਕਾਹਦਾ ਖਤਰਾ ਹੈ? ਫਿਰ ਤਾਂ ਚਾਰ ਚੁਫੇਰੇ ਸੁੱਖ ਹੀ ਸੁੱਖ ਹੈ। ਆਪਣੀ ਕਿਰਤ ਆਰਾਮ ਦੇ ਨਾਲ ਬੰਦਾ ਕਰੇਗਾ, ਸਗੋਂ ਚੰਗੀ ਤਰ੍ਹਾਂ ਕਰੇਗਾ, ਖੁਸ਼ੀਆਂ ਮਿਲਣਗੀਆਂ। ਜ਼ਰੂਰਤ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ। ਆਪੇ ਸਭ ਘਟ ਅੰਦਰੇ, ਆਪੇ ਹੀ ਬਾਹਰ। ਆਪੇ ਗੁਪਤ ਵਰਤਦਾ, ਆਪੇ ਹੀ ਜ਼ਾਹਰ। ਗੁਪਤ ਦਾ ਮਤਲਬ ਲੁਕਿਆ ਹੋਇਆ, ਵਰਤਦਾ ਮਤਲਬ ਮੌਜੂਦ ਹੈ, ਤੇ ਜ਼ਾਹਰ ਦਾ ਮਤਲਬ ਪ੍ਰਤੱਖ, ਸਾਹਮਣੇ। ਆਪ ਹੀ ਸਾਰਿਆਂ ਦੇ ਵਿੱਚ ਲੁਕਿਆ ਹੋਇਆ ਹੈ ਤੇ ਆਪ ਹੀ ਪ੍ਰਤੱਖ ਹੈ। ਲੁਕਿਆ ਹੋਇਆ ਵੀ ਆਪ ਹੀ ਹੈ, ਪ੍ਰਤੱਖ ਵੀ ਆਪ ਹੈ।
ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਪ੍ਰਤੱਖ ਰੂਪ ਦੇ ਅੰਦਰ ਆ ਸਾਰਾ ਸੰਸਾਰ ਰੱਬ ਦਾ ਹੀ ਰੂਪ ਹੈ। ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤੇ ਲੁਕਿਆ ਹੋਇਆ ਹੈ ਉਹ ਅੰਦਰ ਸਾਡੇ ਸ਼ੁਭ ਗੁਣ ਜਿਹੜੇ ਨੇ। ਇਹ ਜਿਹੜੀ ਸੋਚ ਇੰਨੀ ਮਹਾਨ ਸਾਡੇ ਅੰਦਰ ਹੀ ਲੁਕੀ ਹੋਈ ਹੈ। ਇਹ ਸੋਚ ਨੂੰ ਅਸੀਂ ਪ੍ਰਗਟ ਨਹੀਂ ਕਰ ਰਹੇ, ਸੋਚ ਨੂੰ ਅਸੀਂ ਲੁਕਾਇਆ ਹੀ ਹੋਇਆ ਅੰਦਰ। ਕਾਸ਼ ਕਿ ਅਸੀਂ ਇਸ ਸੋਚ ਨੂੰ ਪ੍ਰਗਟ ਕਰੀਏ ਔਰ ਆਪਣੀ ਸੀਮਤ ਸੋਚ ਨੂੰ ਖਤਮ ਕਰੀਏ, ਤਾਂ ਰੱਬ ਸਾਰਿਆਂ ਦੇ ਅੰਦਰ ਗੁਪਤ ਰੂਪ ਵਿੱਚ ਹੈ। ਭਾਵ ਸਤ, ਸੰਤੋਖ, ਦਇਆ, ਧਰਮ ਆਦਿ ਗੁਣ ਸਾਰਿਆਂ ਦੇ ਵਿੱਚ ਨੇ, ਤੇ ਪ੍ਰਤੱਖ ਤੌਰ ਤੇ ਕੁਝ ਲੋਕ ਨੇ ਉਹਨਾਂ ਗੁਣਾਂ ਨੂੰ ਵਰਤ ਰਹੇ ਨੇ। ਉਹ ਹੀ ਭਾਵ ਕਿ ਅੰਦਰ ਬਾਹਰ ਸਭ ਥਾਵਾਂ ਤੇ ਪ੍ਰਭੂ ਆਪ ਹੈ, ਆਪ ਹੀ ਸਮਾਇਆ ਹੋਇਆ ਹੈ, ਵੱਖਰਾ ਨਹੀਂ ਹੈ। ਜੁਗ 36 ਹੀ ਗੁਬਾਰ ਕਰ ਵਰਤਿਆ ਸੁਨਾਹਰ। ਹੁਣ ਇੱਥੇ 36 ਯੁੱਗ ਇੱਕ ਨਾ ਧਾਰਨਾ ਚੱਲੀ ਆਉਂਦੀ ਹੈ। ਪੁਰਾਣੇ ਜੋ ਧਾਰਮਿਕ ਖਿਆਲ ਨੇ ਨਾ, ਉਹ ਇਹ ਸਨ ਕਿ ਪਰਲੋ ਹੁੰਦੀ ਹੈ। ਪਰਲੋ ਦਾ ਮਤਲਬ ਕਿ ਇਹ ਸਾਰਾ ਸੰਸਾਰ ਖਤਮ ਹੋ ਜਾਂਦਾ ਹੈ ਤੇ ਰੱਬ ਇਕੱਲਾ ਹੀ ਰਹਿ ਜਾਂਦਾ ਹੈ। ਤੇ ਪਰਲੋ ਤੋਂ ਬਾਅਦ ਫਿਰ ਉਹ ਆਪਣਾ ਰੂਪ ਧਾਰਨ ਕਰਦਾ ਹੈ ਵਿਰਾਟ, ਤੇ ਫਿਰ ਸੰਸਾਰ ਵਿੱਚ ਬਣ ਜਾਂਦਾ ਹੈ। ਇੱਕ ਮਨੌਤ ਚੱਲੀ ਆ ਰਹੀ ਸੀ ਇਹਦੇ ਪਿੱਛੇ ਕਿ ਉਹ 36 ਯੁੱਗ ਤੱਕ ਫਿਰ ਉਹ ਕਿਸੇ ਵੀ ਪਰਲੋ ਤੋਂ ਬਾਅਦ ਵਿੱਚ 36 ਯੁੱਗ ਤੱਕ ਰੱਬ ਜਿਹੜਾ ਹੈ ਉਹ ਅਫੁਰ ਸੁਨ ਸਮਾਧੀ ਵਿੱਚ ਰਹਿੰਦਾ ਹੈ। ਇਹ ਪੁਰਾਤਨ ਵਿਚਾਰ ਚੱਲੀ ਆ ਰਹੀ। ਤਾਂ ਇੱਥੇ 36 ਯੁੱਗ ਦਾ ਸਮਾਂ ਮਤਲਬ ਹੈ ਬੇਅੰਤ ਸਮਾਂ। 36 ਯੁੱਗ ਦਾ ਮਤਲਬ ਇੱਥੇ ਹੈ ਬੇਅੰਤ ਸਮਾਂ, ਬਹੁਤ ਜ਼ਿਆਦਾ ਸਮਾਂ। 36 ਯੁੱਗ ਗੁਬਾਰ ਕਰ ਵਰਤਿਆ ਸੁਨਾਹਰ। ਸੁਨਾਹਰ ਦਾ ਮਤਲਬ ਅਫੁਰ ਅਵਸਥਾ ਵਿੱਚ, ਯਾਨੀ ਬਹੁਤ ਸਮੇਂ ਤੱਕ ਘੁੱਪ ਹਨੇਰਾ ਕਰਕੇ ਤੇ ਆਪ ਅਫੁਰ ਹਾਲਤ ਦੇ ਵਿੱਚ ਵਰਤਦਾ ਰਿਹਾ। ਹੁਣ ਘੁੱਪ ਹਨੇਰਾ ਦਾ ਮਤਲਬ ਕੀ ਹੈ? ਘੁੱਪ ਹਨੇਰਾ ਦਾ ਮਤਲਬ ਹੈ ਕਿ ਐਸੀ ਦਸ਼ਾ ਜਿਹਦੇ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਦੇਖੋ, ਜਦੋਂ ਇਹ ਕਾਇਨਾਤ ਹੋਂਦ ਵਿੱਚ ਆ ਗਈ ਤਾਂ ਹੁਣ ਬਹੁਤ ਕੁਝ ਬਿਆਨ ਕੀਤਾ ਜਾ ਸਕਦਾ ਹੈ। ਸਾਰਾ ਨਹੀਂ ਬਿਆਨ ਕੀਤਾ ਜਾ ਸਕਦਾ, ਪਰ ਬਹੁਤ ਕੁਝ ਬਿਆਨ ਕੀਤਾ ਜਾ ਸਕਦਾ ਹੈ। ਜਦੋਂ ਇਹ ਸੰਸਾਰ ਹੋਂਦ ਵਿੱਚ ਹੀ ਨਹੀਂ ਸੀ ਆਇਆ, ਆਪਣੇ ਸੁਰਤ ਨੂੰ ਉੱਚਿਆਂ ਕਰਕੇ ਜੇ ਅਸੀਂ ਸੋਚੀਏ ਕਿ ਜਦੋਂ ਪੌਣ, ਪਾਣੀ, ਬੈਸੰਤਰ, ਧਰਤੀ, ਆਕਾਸ਼ ਕੁਝ ਵੀ ਨਹੀਂ ਸੀ, ਤਾਂ ਪਿੱਛੇ ਕੀ ਸੀ? ਤਾਂ ਉਹਦੇ ਬਾਰੇ ਕੀ ਕਹੋਗੇ? ਉਹਦੇ ਬਾਰੇ ਤਾਂ ਨਿਸ਼ਚਿਤ ਕੋਈ ਗੱਲ ਕਹੀ ਨਹੀਂ ਜਾ ਸਕਦੀ। ਕੀ ਕਹੋਗੇ? ਅੰਦਾਜ਼ੇ ਹੀ ਨੇ ਨਾ। ਇੰਜ ਹੋ ਸਕਦਾ ਹੈ, ਇਹ ਹੋ ਸਕਦਾ ਹੈ, ਉਹ ਹੋ ਸਕਦਾ ਹੈ, ਅੰਦਾਜ਼ੇ ਹੀ ਨੇ। ਮਤਲਬ ਕਿ ਐਸੀ ਅਵਸਥਾ ਜਿਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਉਹਨੂੰ ਕਹਿ ਰਹੇ ਨੇ ਗੁਬਾਰ। ਮੀਨਸ ਕਿ ਜਿਹਦੇ ਬਾਰੇ ਅਸੀਂ ਕੁਝ ਬਿਆਨ ਨਹੀਂ ਕਰ ਸਕਦੇ। ਸੰਸਾਰ ਰਚਨਾ ਤੋਂ ਪਹਿਲਾਂ ਵਰਤਿਆ ਸੁਨਾਹਰ। ਸੁਨਾਹਰ ਦਾ ਮਤਲਬ ਅਫੁਰ ਅਵਸਥਾ ਵਿੱਚ, ਕਿ ਜਿੱਥੇ ਕੋਈ ਵਿਚਾਰ ਹੀ ਪੈਦਾ ਨਹੀਂ ਸੀ ਹੋ ਰਿਹਾ, ਤਾਂ ਪ੍ਰਭੂ ਉਦੋਂ ਵੀ ਸੀ। ਉੱਥੇ ਵੇਦ ਪੁਰਾਣ ਨਾ ਸ਼ਾਸਤਾਂ, ਆਪੇ ਹਰ ਨਰ ਹਰ। ਉਸ ਵੇਲੇ ਨਾ ਕੋਈ ਵੇਦ ਸੀ, ਨਾ ਪੁਰਾਣ ਸੀ, ਨਾ ਸ਼ਾਸਤਰ ਸੀ। ਆਪੇ ਹਰ ਨਰ ਹਰ, ਕੇਵਲ ਰੱਬ ਹੀ ਰੱਬ ਸੀ। ਰੱਬ ਹੀ ਰੱਬ ਸੀ, ਹੋਰ ਕੁਝ ਵੀ ਨਹੀਂ ਸੀ, ਕਿਉਂਕਿ ਸੰਸਾਰ ਦੀ ਰਚਨਾ ਹੀ ਨਹੀਂ ਹੋਈ, ਹਾਲੇ ਪ੍ਰਗਟ ਹੀ ਨਹੀਂ ਹੋਇਆ, ਨਿਰੰਕਾਰ ਆਕਾਰ ਰੂਪ ਧਾਰਨ ਹੀ ਨਹੀਂ ਕੀਤਾ। ਤਾਂ ਉਸ ਜਗ੍ਹਾ ਤੇ ਕੋਈ ਵੇਦ ਪੁਰਾਣ ਸਿਮਰਤ ਸ਼ਾਸਤਰ ਨਹੀਂ ਸਨ। ਬੈਠਾ ਤਾੜੀ ਲਾਏ ਆਪ ਸਭ ਨੂੰ ਹੀ ਬਾਹਰ, ਯਾਨੀ ਇਹ ਸਾਰੇ ਸੰਸਾਰ ਤੋਂ ਬਾਹਰ ਆਪ ਤਾੜੀ ਲਾਈ ਬੈਠਾ ਸੀ। ਤਾੜੀ ਲਾਈ ਬੈਠਾ ਦਾ ਮਤਲਬ ਕਿ ਆਪਣੇ ਆਪ ਦੇ ਅੰਦਰ ਸਮਾਇਆ ਹੋਇਆ ਸੀ। ਇਹ ਨਹੀਂ ਕਿ ਰੱਬ ਕੋਈ ਬੰਦੇ ਦੀ ਤਰ੍ਹਾਂ ਬਣ ਕੇ ਸਮਾਧੀ ਲਾਈ ਬੈਠਾ ਸੀ। ਬੈਠਾ ਤਾੜੀ ਲਾਏ ਆਪ ਦਾ ਮਤਲਬ ਕਿ ਆਪਣੇ ਆਪ ਦੇ ਅੰਦਰ ਆਪ ਸਮਾਇਆ ਸੀ, ਉਹਨੇ ਆਪਣਾ ਵਿਸਥਾਰ ਨਹੀਂ ਸੀ ਕੀਤਾ। ਸਭ ਨੂੰ ਹੀ ਬਾਹਰ, ਤੇ ਉਹ ਸਭ ਤੋਂ ਨਿਰਲੇਪ ਹੈ। ਆਪਣੀ ਮਿਤ ਆਪ ਜਾਣਦਾ, ਆਪੇ ਹੀ ਗੌਹਰ। ਗੌਹਰ ਦਾ ਮਤਲਬ ਗਹਿਰਾ, ਡੂੰਘਾ, ਗੁਣਾਂ ਦਾ ਸਾਗਰ। ਮਿਤ ਦਾ ਮਤਲਬ ਅੰਦਾਜ਼ਾ, ਮਾਪ। ਤਾਂ ਗੁਰੂ ਜੀ ਕਹਿੰਦੇ ਨੇ ਮਾਨੋ ਪ੍ਰਭੂ ਇੱਕ ਗਹਿਰਾ ਡੂੰਘਾ ਸਾਗਰ ਹੈ, ਤੇ ਕਿੰਨਾ ਗਹਿਰਾ ਹੈ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਉਹਦੀ ਗਹਿਰਾਈ ਨੂੰ ਕੋਈ ਨਾਪ ਨਹੀਂ ਸਕਦਾ। ਭਾਵ ਕਿ ਪ੍ਰਭੂ ਮਹਾਨ ਹੈ, ਅਨੰਤ ਹੈ, ਗਹਿਰਾ ਗੁਣਾਂ ਦਾ ਮਾਨੋ ਇੱਕ ਸਾਗਰ ਹੈ, ਤੇ ਆਪਣੀ ਮਿੱਤ ਨੂੰ ਆਪ ਜਾਣਦਾ ਹੈ, ਯਾਨੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਕਿੱਡਾ ਵੱਡਾ ਹੈ, ਕਿੱਥੋਂ ਉਹਦੀ ਸ਼ੁਰੂਆਤ ਹੁੰਦੀ ਹੈ ਤੇ ਕਿੱਥੇ ਉਹਦਾ ਅੰਤ ਹੁੰਦਾ ਹੈ। ਸ਼ਲੋਕ ਮਹਿਲਾ ਤੀਜਾ।
ਹਉਮੈ ਵਿੱਚ ਜਗਤ ਮੂਆ, ਮਰਦੋ ਮਰਦਾ ਜਾਏ। ਮਰਦੋ ਮਰਦਾ ਜਾਏ ਮਤਲਬ ਲਗਾਤਾਰ ਮਰਦਾ ਜਾ ਰਿਹਾ ਹੈ, ਹੇਠਾਂ ਹੇਠਾਂ ਡਿੱਗ ਰਿਹਾ ਹੈ। ਹਉਮੈ ਵਿੱਚ ਜਗਤ ਮੂਆ, ਸੰਸਾਰ ਹਉਮੈ ਵਿੱਚ ਮੋਇਆ ਪਿਆ ਹੈ। ਹਉਮੈ ਦੇ ਕਾਰਨ ਬੰਦਾ ਆਤਮਿਕ ਮੌਤ ਤੇ ਮਰਿਆ ਪਿਆ ਹੈ। ਕੋਈ ਤਾਂ ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਗਿਆ ਹੈ ਤੇ ਕੋਈ ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਗਿਆ ਹੈ। ਬੰਦਾ ਆਪਣੀ ਹੋਂਦ ਦੇ ਕਾਰਨ, ਈਗੋ ਦੇ ਕਾਰਨ ਆਪਣੇ ਅੰਦਰੋਂ ਇਨਸਾਨੀਅਤ ਮਾਰ ਪੈਂਦਾ ਹੈ। ਜਦੋਂ ਸਾਡੇ ਅੰਦਰ ਹਉਮੈ ਹੁੰਦੀ ਹੈ, ਅਸੀਂ ਦੂਜਿਆਂ ਲੋਕਾਂ ਨੂੰ ਨੀਵਾਂ ਵਿਖਾਉਂਦੇ ਹਾਂ ਤੇ ਆਪਣੇ ਆਪ ਨੂੰ ਵੱਡਾ ਔਰ ਮਹਾਨ ਸਾਬਤ ਕਰਦੇ ਹਾਂ, ਤੇ ਇਹ ਮਰੇ ਹੋਏ ਇਨਸਾਨੀਅਤ ਦੀ ਨਿਸ਼ਾਨੀ ਹੈ। ਦੇਖੋ, ਬੰਦੇ ਨੂੰ ਨੀਵਾਂ ਦਿਖਾਏ ਤਾਂ ਇਸ ਤੋਂ ਵੱਡਾ ਪਾਪ ਜਾਂ ਇਸ ਤੋਂ ਵੱਡਾ ਅਪਰਾਧ ਕੀ ਹੋ ਸਕਦਾ ਹੈ ਕਿ ਮੈਂ ਵੀ ਬੰਦਾ ਤੇ ਤੁਸੀਂ ਵੀ ਬੰਦੇ, ਤੇ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਈਏ, ਇੱਕ ਦੂਜੇ ਦੀ ਬੇਪੱਤੀ ਕਰੀਏ, ਬੇਇੱਜ਼ਤੀ ਕਰੀਏ, ਮਾੜੇ ਬੋਲ ਬੋਲੀਏ। ਬੰਦੇ ਨੇ ਕਦੇ ਇਹ ਨਹੀਂ ਸੋਚਿਆ ਜਦੋਂ ਦੂਜਿਆਂ ਦੀ ਬੇਇੱਜ਼ਤੀ ਕਰਦਾ ਹੈ ਕਿ ਜੇ ਮੇਰੀ ਕੋਈ ਐਵੇਂ ਕਰੇ ਤੇ ਮੈਨੂੰ ਕਿਵੇਂ ਫੀਲ ਹੋਏਗਾ। ਬੰਦੇ ਦੇ ਅੰਦਰ ਇਨਸਾਨੀਅਤ ਨਹੀਂ ਹੈ ਨਾ, ਅੰਦਰ ਐਸੀਆਂ ਫੀਲਿੰਗਸ ਨਹੀਂ ਹੈਗੀਆਂ ਨਾ। ਇਸੇ ਨੂੰ ਤਾਂ ਕਹਿੰਦੇ ਨੇ ਕਿ ਖੂਨ ਚਿੱਟਾ ਹੋ ਗਿਆ ਹੈ। ਤਾਂ ਹੰਕਾਰ ਕਰਕੇ ਬੰਦਾ ਮਰਿਆ ਹੋਇਆ ਹੈ, ਇਨਸਾਨੀਅਤ ਅੰਦਰੋਂ ਮਰੀ ਹੋਈ ਹੈ। ਮਰਦੋਂ ਮਰਦਾ ਜਾਏ ਤੇ ਅੱਗੋਂ ਹੋਰ ਮਰੀ ਜਾ ਰਿਹਾ ਹੈ, ਹੋਰ ਡਿੱਗੀ ਜਾ ਰਿਹਾ ਹੈ। ਜ਼ਰੂਰਤ ਤੇ ਇਹ ਸੀ ਕਿ ਬੰਦੇ ਨੂੰ ਜੇ ਸਮਝ ਆ ਜਾਏ ਤੇ ਉੱਥੇ ਰੁਕ ਜਾਏ, ਥੱਲੇ ਨੂੰ ਡਿੱਗਣਾ ਰੁਕੇ, ਹੁਣ ਉਤਾਂ ਨੂੰ ਚੜਨਾ ਸ਼ੁਰੂ ਕਰੇ, ਲੇਕਿਨ ਡਿੱਗੀ ਜਾ ਰਿਹਾ ਹੈ, ਹੋਰ ਡਿੱਗੀ ਜਾ ਰਿਹਾ। ਦੇਖੋ, ਜਿਵੇਂ ਅਸੀਂ ਜੇ ਇਸ ਜ਼ਮਾਨੇ ਦੀ ਗੱਲ ਕਰੀਏ ਥੋੜੀ ਜੀ, ਤਾਂ ਚਾਹੀਦਾ ਤੇ ਇਹ ਸੀ ਕਿ ਅੱਜ ਦੇ ਇਸ ਯੁੱਗ ਦੇ ਅੰਦਰ ਇਨਸਾਨੀਅਤ ਸਿਖਰ ਤੇ ਹੋਣੀ ਚਾਹੀਦੀ ਸੀ। ਰੀਜਨ ਇਹ ਹੈ ਕਿ ਅੱਜ ਦੇ ਯੁੱਗ ਅੰਦਰ ਆਮ ਬੰਦਾ ਪੜਿਆ ਲਿਖਿਆ ਹੈ, ਨੌਜਵਾਨ ਬੱਚੇ ਮਾਸਟਰ ਡਿਗਰੀਆਂ ਲਈ ਫਿਰ ਰਹੇ ਹਨ। ਅਸੀਂ ਆਪਣੇ ਹੱਥਾਂ ਦੇ ਵਿੱਚ ਮੋਬਾਈਲ ਚੁੱਕੀ ਫਿਰਦੇ ਹਾਂ, ਗੂਗਲ ਸਾਡੇ ਕੋਲ ਹੈ। ਕੋਈ ਚੀਜ਼ ਦੇਖਣੀ ਹੋਏ, ਪਲ ਤੋਂ ਪਹਿਲਾਂ ਸਾਨੂੰ ਗੂਗਲ ਬਾਬੇ ਤੋਂ ਇੱਕ ਸਵਾਲ ਪੁੱਛੀਏ ਤੇ ਉਹਦੇ 10 ਉੱਤਰ ਉਹ ਸਾਡੇ ਸਾਹਮਣੇ ਕੱਢ ਮਾਰਦਾ ਹੈ। ਗਿਆਨ ਕਿੰਨਾ ਹੈ, ਇੰਨਾ ਗਿਆਨ ਤਾਂ ਉੱਥੇ ਤਾਂ ਇਨਸਾਨੀਅਤ ਹੋਣੀ ਚਾਹੀਦੀ ਸੀ। ਲੇਕਿਨ ਜਿਵੇਂ ਜਿਵੇਂ ਗਿਆਨ ਦੇ ਅੰਦਰ ਵਾਧਾ ਹੋਇਆ ਹੈ, ਇਨਸਾਨ ਹੋਰ ਥੱਲੇ ਡਿੱਗ ਪਿਆ ਹੈ। ਚੋਰੀਆਂ ਪਹਿਲੋਂ ਵੀ ਸਨ, ਲੋਕ ਮੱਝਾਂ ਦੀਆਂ ਚੋਰੀਆਂ ਕਰਦੇ ਸੀ, ਦਾਣੇ ਚੁੱਕ ਲੈਂਦੇ ਸੀ, ਕੱਪੜੇ ਚੁੱਕ ਲੈਂਦੇ ਸੀ। ਹੁਣ ਸਾਧਨ ਬਦਲੇ ਨੇ, ਪੜ੍ਹਾਈ ਆ ਗਈ, ਐਜੂਕੇਸ਼ਨ ਆ ਗਈ। ਹੁਣ ਬੰਦਾ ਘਰ ਬੈਠਾ ਹੀ ਕਿਸੇ ਦੇ ਬੈਂਕ ਅਕਾਊਂਟ ਖਾਤੇ ਹੈਕ ਕਰ ਰਿਹਾ ਹੈ, ਕਿਸ ਦੀ ਵੈਬਸਾਈਟ ਹੈਕ ਕਰ ਰਿਹਾ ਹੈ। ਹੁਣ ਢੰਗ ਬਦਲ ਗਏ, ਬੰਦਾ ਤੇ ਥੱਲੇ ਨੂੰ ਡਿੱਗ ਰਿਹਾ ਨਾ। ਤਾਂ ਗੁਰੂ ਜੀ ਕਹਿੰਦੇ ਨੇ ਹਉਮੈ ਦੇ ਕਾਰਨ ਜਗਤ ਮੋਇਆ ਪਿਆ ਹੈ ਆਤਮਿਕ ਮੌਤੇ, ਔਰ ਬੰਦਾ ਹਉਮੈ ਦੇ ਕਾਰਨ ਮਰਦਾ ਚਲਾ ਜਾ ਰਿਹਾ ਹੈ, ਹੋਰ ਡਿੱਗਦਾ ਚਲਾ ਜਾ ਰਿਹਾ ਹੈ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ, ਕਿ ਕਰੇਗ ਅੱਗੇ ਜਾਏ। ਕਰੇਗ ਦਾ ਮਤਲਬ ਕਰੇਗਾ। ਜਿੰਨਾ ਚਿਰ ਸਵਾਸ ਹੈ ਉਹਨਾਂ ਚਿਰ ਚੇਤਦਾ ਨਹੀਂ ਰੱਬ ਨੂੰ। ਜਿੰਨਾ ਚਿਰ ਤੱਕ ਇਹਨੂੰ ਸਮਾਂ ਮਿਲਿਆ ਹੈ ਉਹਨਾਂ ਚਿਰ ਰੱਬ ਨੂੰ ਯਾਦ ਨਹੀਂ ਰੱਖਦਾ, ਗੁਣਾਂ ਨੂੰ ਯਾਦ ਨਹੀਂ ਰੱਖਦਾ, ਰੱਬੀ ਰਜ਼ਾ ਵਿੱਚ ਤੁਰਦਾ ਨਹੀਂ। ਜਦੋਂ ਅਸੀਂ ਬੋਲਦੇ ਹਾਂ ਤਾਂ ਅਸੀਂ ਇਹ ਯਾਦ ਨਹੀਂ ਰੱਖਦੇ ਕਿ ਅਸੀਂ ਕੀ ਬੋਲਣਾ ਹੈ। ਕੰਮ ਕਰਦੇ ਹਾਂ ਤਾਂ ਯਾਦ ਨਹੀਂ ਰੱਖਦੇ ਕਿ ਇੱਥੇ ਇਮਾਨਦਾਰੀ ਵਰਤਣੀ ਚਾਹੀਦੀ ਸੀ। ਸੁਣਨਾ ਸ਼ੁਰੂ ਕਰਦੇ ਹਾਂ ਤਾਂ ਯਾਦ ਨਹੀਂ ਰੱਖਦੇ ਵੀ ਸਾਨੂੰ ਚੁਗਲੀ ਨਿੰਦਾ ਨਹੀਂ ਸੀ ਸੁਣਨੀ ਚਾਹੀਦੀ। ਵੇਖਣਾ ਸ਼ੁਰੂ ਕਰਦੇ ਹਾਂ ਤਾਂ ਬਾਅਦ ਵਿੱਚ ਯਾਦ ਆਉਂਦਾ ਵੀ ਇਹ ਤਾਂ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਨਹੀਂ ਸੀ ਵੇਖਣਾ ਚਾਹੀਦਾ। ਨਹੀਂ ਨਾ ਯਾਦ ਰੱਖਦੇ। ਸੱਚਾਈ, ਦਇਆ, ਧਰਮ, ਧੀਰਜ, ਗਿਆਨ, ਵੈਰਾਗ ਨਹੀਂ ਯਾਦ ਰੱਖ ਰਿਹਾ ਆਮ ਆਦਮੀ। ਕੀ ਕਰੇਗਾ ਅੱਗੇ ਜਾਏ ਤੇ ਅੱਗੇ ਜਾ ਕੇ ਕੀ ਕਰੇਗਾ। ਅੱਗੇ ਦਾ ਮਤਲਬ ਭਵਿੱਖ ਦੇ ਅੰਦਰ। ਜਿਹੜਾ ਬੰਦਾ ਅੱਜ ਵਰਤਮਾਨ ਦੇ ਅੰਦਰ ਸੱਚਾਈ ਨੂੰ, ਦਇਆ, ਧਰਮ ਨੂੰ ਯਾਦ ਨਹੀਂ ਰੱਖਦਾ, ਭਵਿੱਖ ਦੇ ਵਿੱਚ ਅੱਗੇ ਜਾ ਕੇ ਕੀ ਕਰੇਗਾ। ਕੱਲ ਨੂੰ ਜ਼ਿੰਦਗੀ ਕੈਸੀ ਹੋਏਗੀ। ਅੱਜ ਜੇ ਪਤੀ ਪਤਨੀ ਨੂੰ ਜਾਂ ਪਤਨੀ ਪਤੀ ਨੂੰ ਧੋਖਾ ਦੇਗੀ ਜਾਂ ਦੇਗਾ ਤਾਂ ਕੱਲ ਨੂੰ ਉਹਦਾ ਰਿਜ਼ਲਟ ਕੀ ਨਿਕਲੇਗਾ। ਅੱਜ ਜੇ ਕੋਈ ਬੱਚਾ ਸਕੂਲ ਨਹੀਂ ਜਾਏਗਾ ਤੇ ਕੱਲ ਨੂੰ ਰਿਜ਼ਲਟ ਕੀ ਨਿਕਲੇਗਾ। ਕੀ ਕਰੇਗਾ ਅੱਗੇ ਜਾਏ, ਅੱਗੇ ਜਾ ਕੇ ਕੀ ਕਰੇਗਾ। ਫੇਲ ਹੋਏਗਾ ਨਾ ਬੰਦਾ। ਗਿਆਨੀ ਹੋਏ ਸੁਚੇਤਨ ਹੋਏ, ਅਗਿਆਨੀ ਅੰਧ ਕਮਾਏ। ਜਿਹੜਾ ਗਿਆਨਵਾਨ ਬੰਦਾ ਹੈ, ਸਮਝਦਾਰ ਬੰਦਾ ਹੈ, ਉਹ ਸੁਚੇਤ ਰਹਿੰਦਾ ਹੈ। ਚੇਤਨ ਹੋਏ ਦਾ ਮਤਲਬ ਸੁਚੇਤ ਰਹਿੰਦਾ ਹੈ। ਉਹ ਹਰ ਗੱਲ ਨੂੰ ਸੋਚਦਾ ਔਰ ਸਮਝਦਾ ਹੈ। ਕੋਈ ਕਰਮ ਕਰਨ ਤੋਂ ਪਹਿਲਾਂ ਉਹਦਾ ਰਿਜ਼ਲਟ ਵਿਚਾਰਦਾ ਹੈ ਕਿ ਇਹਦਾ ਰਿਜ਼ਲਟ ਕੀ ਹੋਏਗਾ। ਅਗਿਆਨੀ ਅੰਧ ਕਮਾਏ। ਪਰ ਜਿਹੜਾ ਬੇਸਮਝ ਹੈ ਉਹ ਅੰਨ੍ਹੇਵਾਹ ਅਗਿਆਨਤਾ ਭਰੇ ਕਰਮ ਕਰੀ ਜਾਂਦਾ ਹੈ। ਸਮਝ ਹੀ ਨਹੀਂ ਕਿ ਜੋ ਕਰਮ ਕਰ ਰਿਹਾ ਉਹਦਾ ਰਿਜ਼ਲਟ ਕੀ ਹੋਏਗਾ।
रख रहा है करवा चौथ का वर्त, लेकिन रिजल्ट का पता नहीं है ना की निकलेगा। सोच रही है औरत कि मेरे पति की उम्र लंबी होएगी, जे ऐसा होवे ਅਸੀਂ ਤੇ ਕਹਿੰਦੇ ਆ ਹੋ ਜਾਏ ਵਧੀਆ, ਸਾਨੂੰ ਤੇ ਫਾਇਦਾ ਹੀ ਹੈ, ਬੰਦਿਆਂ ਨੂੰ ਤੇ ਫਾਇਦਾ ਹੀ ਹੈ, ਸਾਨੂੰ ਕਿਹੜਾ ਵਰਤ ਰੱਖਣਾ ਪੈਣਾ ਵੀ ਸਾਡੀ ਘਰ ਵਾਲੀ ਬਚੇ। ਔਰਤਾਂ ਰੱਖਦੀਆਂ ਨੇ। ਜੇ ਐਸਾ ਹੋਏ ਤਾਂ ਇੰਡੀਆ ਦੇ ਅੰਦਰ ਕੋਈ ਬੰਦਾ ਤਾਂ ਮਰਨਾ ਨਹੀਂ ਚਾਹੀਦਾ, ਵਿਆਹੇ ਬੰਦੇ ਤਾਂ ਨਹੀਂ ਮਰਨੇ ਚਾਹੀਦੇ, ਪਰ ਐਸਾ ਹੈ ਨਹੀਂ ਨਾ, ਕਿਉਂਕਿ ਅਗਿਆਨਤਾ ਭਰਿਆ ਕਰਮ ਹੈ। ਤੀਰਥਾਂ ਤੇ ਨਹਾਉਣ ਨਾਲ ਜੇ ਪਾਪ ਲੈਂਦੇ ਹੋਣ, ਜੇ ਪਵਿੱਤਰਤਾ ਹੁੰਦੀ ਹੋਏ, ਤਾਂ ਇੰਡੀਆ ਤਾਂ ਸਾਰੀ ਦੁਨੀਆ ਤੋਂ ਇਮਾਨਦਾਰ ਦੇਸ਼ ਚਾਹੀਦਾ ਹੈ, ਜਿੰਨੇ ਲੋਕ ਉੱਥੇ ਤੀਰਥਾਂ ਤੇ ਨਹਾਉਂਦੇ ਨੇ। ਲੇਕਿਨ ਐਸਾ ਹੈ ਨਹੀਂ ਨਾ। ਇਹਨੂੰ ਕਹਿੰਦੇ ਨੇ ਅਗਿਆਨੀ ਅੰਧ ਕਮਾਏ। ਜੋ ਅਗਿਆਨੀ ਬੰਦਾ ਹੈ ਉਹ ਇਹੋ ਜਿਹੇ ਅੰਨੇ ਕਰਮ ਕਰੀ ਜਾਂਦਾ ਹੈ, ਬੇਸਮਝੀ ਵਾਲੇ ਕਰਮ ਕਰੀ ਜਾਂਦਾ ਹੈ, ਆਪਣੇ ਘਰ ਪਰਿਵਾਰ ਆਦਿਕ ਨੂੰ ਵੀ ਬਰਬਾਦ ਕਰ ਦਿੰਦਾ ਹੈ। ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ। ਜਿਹੜਾ ਇੱਥੇ ਕਮਾਏਗਾ ਉਹ ਮਿਲੇਗਾ, ਅੱਗੇ ਪਾਏ ਜਾਏ ਦਾ ਮਤਲਬ ਫਿਊਚਰ ਦੇ ਅੰਦਰ ਉਹ ਹੀ ਪਾਏਗਾ। ਹੁਣ ਜਿਵੇਂ ਅੱਜ ਤੁਸੀਂ ਕਣਕ ਬੀਜੋਗੇ ਤੇ ਅੱਗੇ ਵਿਸਾਖ ਦੇ ਵਿੱਚ ਜਾ ਕੇ ਕਣਕ ਵੱਢ ਲਓਗੇ, ਜੌਂ ਬੀਜੋਗੇ ਜੌਂ ਵੱਢ ਲਓਗੇ। ਤੇ ਜੇ ਪੈਲੀ ਵਿੱਚ ਕੁਝ ਵੀ ਨਹੀਂ ਬੀਜੋਗੇ, ਪੈਲੀ ਖਾਲੀ ਰਹਿ ਜਾਏਗੀ, ਉੱਥੇ ਘਾਸ ਫੂਸ ਉੱਗ ਜਾਏਗਾ। ਜੋ ਬੀਜੋਗੇ ਅੱਜ ਅੱਗੇ ਜਾ ਕੇ ਉਹ ਹੀ ਵੱਢੋਗੇ। ਅੱਜ ਆਪਸ ਦੇ ਅੰਦਰ ਪਤੀ ਪਤਨੀ ਪਿਆਰ ਨਾਲ ਰਹੋਗੇ ਤੇ ਅਗਲਾ ਫਿਊਚਰ ਤੁਹਾਡਾ ਸੁਖੀ ਹੋਏਗਾ। ਅੱਜ ਪੜ੍ਹਾਈ ਵਿੱਚ ਮਿਹਨਤ ਕਰੋਗੇ, ਫਿਊਚਰ ਸੁਖੀ ਹੋਏਗਾ। ਅੱਜ ਕਿਰਤ ਕਰੋਗੇ ਤੇ ਆਉਣ ਵਾਲੇ ਟਾਈਮ ਦੇ ਅੰਦਰ ਰੋਟੀ ਕੱਪੜੇ ਮਕਾਨ ਦੀਆਂ ਸਹੂਲਤਾਂ ਬਚੀਆਂ ਰਹਿਣਗੀਆਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਬੰਦਾ ਇੱਥੇ ਕਮਾਉਂਦਾ ਹੈ, ਵਰਤਮਾਨ ਵਿੱਚ ਕਰਦਾ ਹੈ, ਉਹੀ ਅੱਗੇ ਜਾ ਕੇ ਮਿਲਦਾ ਹੈ, ਉਹੀ ਫਿਊਚਰ ਦੇ ਵਿੱਚ ਮਿਲਦਾ ਹੈ। ਮਹਿਲਾ ਤੀਜਾ, ਧੁਰ ਖਸਮੈ ਕਾ ਹੁਕਮ ਪਿਆ ਬਿਨ ਸਤਿਗੁਰ ਚੀਤਿਆ ਨਾ ਜਾਏ। ਧੁਰ ਦਾ ਮਤਲਬ ਧੁਰ ਤੋਂ, ਧੁਰ ਤੋਂ ਦਾ ਮਤਲਬ ਸ਼ੁਰੂ ਤੋਂ, ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ। ਧੁਰ ਤੋਂ ਦਾ ਮਤਲਬ ਸ਼ੁਰੂ ਤੋਂ। ਹੁਕਮ ਪਿਆ ਦਾ ਮਤਲਬ ਰੱਬ ਦਾ ਇਹ ਹੁਕਮ ਚੱਲਿਆ ਆਉਂਦਾ ਹੈ। ਵਿਨ ਸਤਿਗੁਰ ਚੇਤਿਆ ਨਾ ਜਾਏ, ਕਿ ਸਤਿਗੁਰੂ ਤੋਂ ਬਿਨਾ ਰੱਬ ਨੂੰ ਚੇਤੇ ਨਹੀਂ ਰੱਖਿਆ ਜਾ ਸਕਦਾ। ਵਿਨ ਸਤਿਗੁਰ ਚੇਤਿਆ ਨਾ ਜਾਏ, ਗੁਰੂ ਦੇ ਗਿਆਨ ਤੋਂ ਬਿਨਾ ਰੱਬ ਨੂੰ ਚੇਤੇ ਨਹੀਂ ਰੱਖਿਆ ਜਾ ਸਕਦਾ, ਚਿੱਤ ਵਿੱਚ ਨਹੀਂ ਵਸਾਇਆ ਜਾ ਸਕਦਾ, ਗੁਣਾਂ ਦੇ ਧਾਰਨੀ ਨਹੀਂ ਹੋਇਆ ਜਾ ਸਕਦਾ, ਰੱਬੀ ਰਜ਼ਾ ਵਿੱਚ ਨਹੀਂ ਤੁਰਿਆ ਜਾ ਸਕਦਾ। ਸਮਝ ਨਹੀਂ ਆਉਂਦੀ ਜਦੋਂ ਤੱਕ ਗਿਆਨ ਨਹੀਂ ਹੈ। ਹੁਣ ਜਦੋਂ ਗਿਆਨ ਹੀ ਨਹੀਂ, ਸਮਝ ਹੀ ਨਹੀਂ ਕਿ ਗੁਣ ਕਮਾਉਣ ਦੇ ਕੀ ਲਾਭ ਨੇ ਔਰ ਔਗੁਣਾਂ ਦਾ ਕੀ ਨੁਕਸਾਨ ਹੈ, ਸਮਝ ਨਹੀਂ ਹੈ, ਤਾਂ ਬੰਦਾ ਔਗੁਣ ਕਮਾਈ ਜਾਏ। ਤੇ ਸਮਝ ਮਿਲਣੀ ਹੈ ਗੁਰੂ ਤੋਂ। ਗੁਰੂ ਹੀ ਗਿਆਨ ਹੈ, ਗਿਆਨ ਹੀ ਗੁਰੂ ਹੈ। ਤਾਂ ਗੁਰੂ ਤੋਂ ਬਿਨਾ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੁੰਦਾ। ਇਹ ਧੁਰ ਤੋਂ ਹੀ ਚੀਜ਼ ਚਲੀ ਆ ਰਹੀ ਹੈ। ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਾ ਲਿਵ ਲਾਏ। ਸਤਿਗੁਰ ਮਿਲਿਆ ਦਾ ਮਤਲਬ ਸਤਿਗੁਰ ਦੇ ਮਿਲਿਆ। ਅੰਤਰ ਰਵ ਰਿਹਾ ਦਾ ਮਤਲਬ ਰੱਬ ਪ੍ਰਭੂ ਜਿਹੜਾ ਹੈ ਬੰਦੇ ਦੇ ਮਨ ਦੇ ਅੰਦਰ ਵਸ ਪੈਂਦਾ ਹੈ। ਜਦੋਂ ਅਸੀਂ ਗੁਰੂ ਨੂੰ ਮਿਲਦੇ ਹਾਂ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਹਾਂ, ਤਾਂ ਰੱਬ ਸਾਡੇ ਅੰਦਰ ਵਸ ਜਾਂਦਾ ਹੈ, ਕਿਉਂਕਿ ਗੁਰੂ ਨੇ ਸਾਨੂੰ ਸ਼ੁਭ ਗੁਣਾਂ ਦੇ ਨਾਲ ਜੋੜਿਆ, ਉਹ ਸ਼ੁਭ ਗੁਣ ਸਾਡੇ ਅੰਦਰ ਵਸ ਗਏ। ਸਦਾ ਰਿਹਾ ਲਿਵ ਲਾਏ, ਲਿਵ ਦਾ ਮਤਲਬ ਹੈ ਲਗਨ। ਤੇ ਫਿਰ ਐਸਾ ਬੰਦਾ ਸਦਾ ਹੀ ਉਹਨਾਂ ਗੁਣਾਂ ਦੇ ਵਿੱਚ, ਰੱਬੀ ਪ੍ਰੇਮ ਦੇ ਅੰਦਰ, ਰੱਬੀ ਹੁਕਮ ਦੇ ਅੰਦਰ ਲਗਨ ਲਗਾਈ ਰੱਖਦਾ ਹੈ। ਫਿਰ ਉਹ ਲਗਨ ਦੇ ਨਾਲ ਉਹਨਾਂ ਗੁਣਾਂ ਨੂੰ ਵਰਤਦਾ ਹੈ, ਲਗਨ ਦੇ ਨਾਲ ਫਿਰ ਚੰਗੀ ਜ਼ਿੰਦਗੀ ਜੀਂਦਾ ਹੈ। ਸਤਿਗੁਰ ਦੇ ਮਿਲਿਆ ਪ੍ਰਭੂ ਮਨੁੱਖ ਦੇ ਮਨ ਵਿੱਚ ਵਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਪ੍ਰਭੂ ਦੇ ਨਾਲ ਲਿਵ ਲਾਈ ਰੱਖਦਾ ਹੈ, ਲਗਨ ਲਗਾਈ ਰੱਖਦਾ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਾ ਮਤਲਬ ਸਵਾਸ, ਬਿਰਥਾ ਦਾ ਮਤਲਬ ਖਾਲੀ। ਫਿਰ ਬੰਦਾ ਹਰ ਸਵਾਸ ਦੇ ਨਾਲ ਰੱਬ ਨੂੰ, ਰੱਬੀ ਗੁਣਾਂ ਨੂੰ, ਹੁਕਮ ਨੂੰ ਯਾਦ ਰੱਖਦਾ ਹੈ, ਗੁਰੂ ਦੇ ਗਿਆਨ ਨੂੰ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ, ਰੱਬ ਨੂੰ ਕਿ ਰੱਬ ਸਭ ਥਾਵਾਂ ਤੇ ਵਸ ਰਿਹਾ ਹੈ, ਰੱਬੀ ਗੁਣਾਂ ਨੂੰ ਹਰ ਸਵਾਸ ਨਾਲ ਯਾਦ ਰੱਖਦਾ ਹੈ। ਦਮ ਨਾ ਬਿਰਥਾ ਜਾਏ, ਉਹਦਾ ਕੋਈ ਸਵਾਸ ਖਾਲੀ ਨਹੀਂ ਜਾਂਦਾ। ਯਾਨੀ ਸਵਾਸ ਲੈਣ ਜਿੰਨਾ ਸਮਾਂ ਵੀ ਉਹ ਬੰਦਾ ਸੱਚ ਨਾਲੋਂ ਨਹੀਂ ਟੁੱਟਦਾ। ਇਹਨੂੰ ਕਹਿੰਦੇ ਨੇ ਦਮ ਦਮ ਸਦਾ ਸੰਭਾਲਦਾ। ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਜਨਮ ਮਰਨ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ ਦਾ ਭਉ ਗਿਆ, ਉਹਦਾ ਡਰ ਖਤਮ ਹੋ ਜਾਂਦਾ ਹੈ ਸਾਰੇ ਜੀਵਨ ਦਾ। ਜਨਮ ਮਰਨ ਕਾ
ਜਨਮ ਤੋਂ ਮਰਨ ਤੱਕ ਦਾ ਭੌ ਗਿਆ ਦਾ ਮਤਲਬ ਸਾਰਾ ਡਰ ਖਤਮ ਹੋ ਜਾਂਦਾ ਹੈ। ਜੀਵਨ ਪਦਵੀ ਪਾਏ, ਪਦਵੀ ਦਾ ਮਤਲਬ ਦਰਜਾ, ਮਰਤਬਾ, ਤੇ ਬੰਦਾ ਜੀਵਨ ਦੀ ਉੱਚੀ ਪਦਵੀ ਹਾਸਲ ਕਰ ਲੈਂਦਾ ਹੈ। ਕਿਹੜੀ ਪਦਵੀ? ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਇਹ ਮਰਾਤਬਾ ਪਾ ਲੈਂਦਾ ਹੈ, ਇਹ ਪਦਵੀ ਪਾ ਲੈਂਦਾ ਹੈ। ਹੁਣ ਜਿਸ ਬੰਦੇ ਨੇ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਆਪਣੀ ਸੁਰਤ ਨੂੰ, ਸੋਚ ਨੂੰ ਰੱਬੀ ਸੋਚ ਦੇ ਅੰਦਰ ਮਿਲਾ ਦਿੱਤਾ, ਤਾਂ ਉਹਦੇ ਸਾਰੇ ਜਨਮ ਦਾ ਦੁੱਖ ਚਲਾ ਜਾਣਾ ਹੈ। ਜਨਮ ਤੋਂ ਲੈ ਕੇ ਮਰਨ ਤੱਕ ਦਾ ਭਾਵ ਸਾਰੀ ਜ਼ਿੰਦਗੀ ਦਾ ਉਹਦਾ ਦੁੱਖ ਚਲਾ ਜਾਂਦਾ ਹੈ। ਔਰ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਜੀਵਨ ਦੀ ਉੱਚੀ ਪਦਵੀ ਪਾ ਲੇ। ਨਾਨਕ ਇਹ ਮਰਤਬਾ ਤਿਸ ਨੂੰ ਦੇ, ਜਿਸ ਨੂੰ ਕਿਰਪਾ ਕਰੇ ਰਜ਼ਾਏ। ਇਹਨੂੰ ਰਜ਼ਾਏ ਨਹੀਂ ਪੜਨਾ, ਰਜ਼ਾਏ, ਜੱਜੇ ਦੇ ਪੈਰ ਥੱਲੇ ਬਿੰਦੀ ਲਾ ਕੇ ਰਜ਼ਾ। ਮਰਤਬਾ ਦਾ ਮਤਲਬ ਪਦਵੀ। ਇਹ ਮਰਤਬਾ ਤਿਸ ਨੂੰ ਦੇ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਇਹ ਦਰਜਾ, ਜੀਵਨ ਪਦਵੀ ਉਸ ਮਨੁੱਖ ਨੂੰ ਦਿੰਦਾ ਹੈ ਜਿਸ ਤੇ ਆਪਣੀ ਰਜ਼ਾ ਦੇ ਵਿੱਚ ਮਿਹਰ ਕਰਦਾ ਹੈ, ਜਿਸ ਨੂੰ ਕਿਰਪਾ ਕਰੇ ਰਜ਼ਾਏ, ਰਜ਼ਾ ਦੇ ਅੰਦਰ ਮਿਹਰ ਕਰਦਾ ਹੈ। ਹੁਣ ਦੇਖੋ ਮਿਹਰ ਕਿਵੇਂ ਮਿਲੇਗੀ ਜੀ? ਰਜ਼ਾ ਵਿੱਚ ਤੁਰਾਂਗੇ। ਯਾਨੀ ਰੱਬੀ ਰਜ਼ਾ ਵਿੱਚ ਚੱਲ ਕੇ ਜੋ ਮਿਹਰ ਦਾ, ਰਹਿਮਤ ਦਾ ਪਾਤਰ ਬਣ ਜਾਂਦਾ ਹੈ, ਉਸ ਨੂੰ ਇੱਕ ਮਰਤਬਾ ਮਿਲ ਜਾਂਦਾ ਹੈ, ਮਰਾਤਬਾ ਮਿਲ ਜਾਂਦਾ ਹੈ, ਪਦਵੀ ਮਿਲ ਜਾਂਦੀ ਹੈ। ਪੌੜੀ। ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ। ਦਾਨਾ ਦਾ ਮਤਲਬ ਸਿਆਣਾ, ਤੇ ਬੀਨਾ ਦਾ ਮਤਲਬ ਹੁੰਦਾ ਹੈ ਵੇਖਣ ਵਾਲਾ। ਸਾਈਂ ਦਾਨਾ ਬੀਨਾ, ਸਾਈਂ ਮਹਿੰਦਾ। ਦਾਨਾ ਦਾ ਮਤਲਬ ਸਿਆਣਾ, ਜਾਣਨ ਵਾਲਾ, ਤੇ ਬੀਨਾ ਦਾ ਮਤਲਬ ਵੇਖਣ ਵਾਲਾ। ਕਿ ਰੱਬ ਮੇਰੇ ਹਰ ਕੰਮ ਨੂੰ ਜਾਣਦਾ ਵੀ ਹੈ ਔਰ ਹਰ ਕੰਮ ਨੂੰ ਵੇਖ ਵੀ ਰਿਹਾ ਹੈ। ਸਿਆਣਾ ਹੈ, ਵੇਖਣ ਵਾਲਾ ਹੈ, ਔਰ ਪ੍ਰਧਾਨਾ ਦਾ ਮਤਲਬ ਆਪ ਹੀ ਆਗੂ ਹੈ, ਮਹਾਨ ਹੈ, ਵੱਡਾ ਹੈ। ਆਪ ਹੀ ਆਗੂ ਹੈ, ਆਪ ਹੀ ਪ੍ਰਧਾਨ ਹੈ, ਆਪ ਹੀ ਆਗੂ ਹੈ, ਆਪ ਹੀ ਇਸ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਹੈ। ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ। ਉਹ ਆਪ ਹੀ ਆਪਣੇ ਰੂਪ ਵਿਖਾਲਦਾ ਹੈ। ਜਿੰਨਾ ਵੀ ਰੂਪ ਹੈ ਨਾ, ਇਹ ਰੱਬ ਦਾ ਹੀ ਰੂਪ ਹੈ। ਸਾਰਾ ਸੰਸਾਰ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਨਾ ਸੋਹਿਲਾ ਸਾਹਿਬ ਜੀ ਦੀ ਪਾਵਨ ਬਾਣੀ, ਸਹਿਸ ਤਵ ਨੈਣ ਨਨ ਨੈਣ ਹੈ ਤੁਹੇ ਕੋ, ਸਹਿਸ ਮੂਰਤ ਨਨਾ ਏਕ ਤੂ ਹੀ। ਕਿ ਇਹ ਸਾਰੇ ਰੂਪ ਤੇਰੇ ਹੀ ਨੇ। ਤੇਰੀ ਵੈਸੇ ਕੋਈ ਅੱਖ ਨਹੀਂ ਹੈ, ਲੇਕਿਨ ਇਹ ਸਾਰੀਆਂ ਅੱਖਾਂ ਤੇਰੀਆਂ ਹੀ ਨੇ। ਤੇਰੇ ਕੋਈ ਸਪੈਸ਼ਲ ਪੈਰ ਨਹੀਂ, ਲੇਕਿਨ ਇਹ ਸਾਰੇ ਸੋਹਣੇ ਸੋਹਣੇ ਪੈਰ ਤੇਰੇ ਹੀ ਨੇ। ਤੇਰਾ ਕੋਈ ਸਪੈਸ਼ਲ ਨੱਕ ਨਹੀਂ ਹੈ, ਆ ਸਾਰੇ ਨੱਕ ਤੇਰੇ ਹੀ ਨੇ। ਭਾਵ ਕਿ ਇਹ ਸਾਰੀਆਂ ਮੂਰਤਾਂ, ਜਿੰਨੇ ਇਨਸਾਨ, ਜਿੰਨੇ ਜੀਵ ਜੰਤੂ ਵੇਖਦੇ, ਇਹਨਾਂ ਵਿੱਚ ਤੂੰ ਹੀ ਹੈ। ਸਹਿਸ ਮੂਰਤ, ਆਪੇ ਰੂਪ ਦਿਖਾਲਦਾ। ਆ ਜਿੰਨਾ ਸੰਸਾਰ ਦਾ ਰੂਪ ਅਸੀਂ ਦੇਖ ਰਹੇ ਹਾਂ, ਧਰਤੀ, ਆਕਾਸ਼, ਖੰਡ, ਮੰਡਲ, ਬ੍ਰਹਿਮੰਡ, ਅਨੰਤ ਆਕਾਸ਼ ਗੰਗਾਵਾਂ, ਇਹ ਰੂਪ ਉਹਦਾ ਹੀ ਹੈ, ਆਪਣਾ ਹੀ ਰੂਪ ਵਿਖਾਲ ਰਿਹਾ ਹੈ। ਆਪੇ ਲਾਏ ਧਿਆਨਾ, ਔਰ ਆਪ ਹੀ ਜੀਵਾਂ ਨੂੰ ਧਿਆਨ ਦੀ ਦਾਤ ਬਖਸ਼ਦਾ ਹੈ, ਆਪ ਹੀ ਬਿਰਤੀ ਜੋੜਦਾ ਹੈ। ਜੇ ਕੋਈ ਧਿਆਨ ਲਾ ਰਿਹਾ ਹੈ, ਯਾਨੀ ਰੱਬੀ ਗੁਣਾਂ ਨੂੰ ਯਾਦ ਵਿੱਚ ਜਿਹੜਾ ਬੈਠਾ ਹੈ, ਉਹਦੇ ਵਿੱਚ ਵੀ ਰੱਬ ਆਪ ਹੀ ਵਰਤ ਰਿਹਾ ਹੈ, ਸਰਬ ਵਿਆਪਕ ਹੈ। ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ। ਆਪ ਹੀ ਮੋਨੀ ਵਰਤ ਰਿਹਾ ਹੈ, ਚੁੱਪ ਚਾਪ। ਕਈ ਲੋਕ ਚੁੱਪ ਨੇ, ਬੋਲਦੇ ਨਹੀਂ, ਤੇ ਜਿਹੜੇ ਚੁੱਪ ਨੇ ਉਹਨਾਂ ਵਿੱਚ ਵੀ ਉਹੀ ਹੈ। ਆਪੇ ਕਥੇ ਗਿਆਨਾ, ਜਿਹੜੇ ਗਿਆਨ ਦੀਆਂ ਗੱਲਾਂ ਕਥ ਰਹੇ ਨੇ, ਉਹਨਾਂ ਵਿੱਚ ਵੀ ਉਹੀ ਹੈ। ਯਾਨੀ ਇੱਕੋ ਹੀ ਹੈ ਨਾ, ਸਾਰਿਆਂ ਦੇ ਅੰਦਰ ਸਮਾਇਆ ਹੋਇਆ। ਚਾਹੇ ਕੋਈ ਮੋਨੀ ਹੈ ਜਾਂ ਬੋਲਣ ਵਾਲਾ ਹੈ ਸਾਰਿਆਂ ਦੇ ਅੰਦਰ ਇੱਕ ਹੈ। ਕੌੜਾ ਕਿਸੇ ਨਾਲ ਲੱਗ ਗਈ ਸਭਨਾ ਹੀ ਭਾਨਾ। ਭਾਨਾ ਦਾ ਮਤਲਬ ਚੰਗਾ ਲੱਗਣਾ, ਪਿਆਰਾ ਲੱਗਣਾ, ਤੇ ਭਾਨਾ ਤੋਂ ਹੀ ਭਾਣਾ ਸ਼ਬਦ ਬਣਿਆ ਹੈ। ਭਾਨਾ ਦਾ ਮਤਲਬ ਚੰਗਾ ਲੱਗਣਾ, ਤੇ ਭਾਣਾ ਦਾ ਮਤਲਬ ਚੰਗਾ ਲੱਗਣਾ। ਅਸੀਂ ਭਾਣੇ ਨੂੰ ਗਲਤ ਅਰਥਾਂ ਵਿੱਚ ਲੈ ਬੈਠੇ ਹਾਂ। ਜੇ ਕਿਤੇ ਐਕਸੀਡੈਂਟ ਹੋ ਜਾਏ ਤੇ ਰੱਬ ਦਾ ਭਾਣਾ, ਜੇ ਕਿਤੇ ਕੋਈ ਜੀ ਮਰ ਜਾਏ ਤੇ ਰੱਬ ਦਾ ਭਾਣਾ, ਜੇ ਬਿਮਾਰ ਹੋ ਜਾਏ ਤੇ ਰੱਬ ਦਾ ਭਾਣਾ, ਭੁਚਾਲ ਆ ਗਿਆ ਤੇ ਰੱਬ ਦਾ ਭਾਣਾ। ਅਸੀਂ ਇਹਨਾਂ ਚੀਜ਼ਾਂ ਵਿੱਚ ਵਰਤਣ ਲੱਗ ਗਏ ਹਾਂ। ਸ਼ਬਦ ਭਾਨਾ ਤੋਂ ਭਾਣਾ ਬਣਿਆ ਹੈ। ਭਾਨਾ ਦਾ ਮਤਲਬ ਚੰਗਾ ਲੱਗਣਾ, ਤੇ ਭਾਣਾ ਦਾ ਮਤਲਬ ਵੀ ਚੰਗਾ ਲੱਗਣਾ। ਜੋ ਰੱਬ ਨੂੰ ਚੰਗਾ ਲੱਗਦਾ ਹੈ ਇਸ ਦੁਨੀਆ ਵਿੱਚ ਉਹੀ ਵਾਪਰਦਾ ਹੈ। ਭਾਣਾ ਦਾ ਮਤਲਬ ਰਜ਼ਾ। ਕਿਸੇ ਨੂੰ ਕੌੜਾ ਨਹੀਂ ਲੱਗਦਾ, ਕਿਸੇ ਨੂੰ ਕਿਸੇ ਰੰਗ ਵਿੱਚ ਤੇ ਕਿਸੇ ਨੂੰ ਕਿਸੇ ਰੰਗ ਦੇ ਵਿੱਚ, ਸਾਰਿਆਂ ਨੂੰ ਹੀ ਪਿਆਰਾ ਲੱਗਦਾ ਹੈ। ਰੱਬ ਕਿਸੇ ਨੂੰ ਵੀ ਕੌੜਾ ਨਹੀਂ ਲੱਗਦਾ। ਸੰਸਾਰ ਜਿਹੜਾ ਹੈ ਸਾਰਿਆਂ ਨੂੰ ਹੀ ਪਿਆਰਾ ਲੱਗ ਰਿਹਾ ਹੈ। ਰੱਬੀ ਗੁਣ ਸਾਰਿਆਂ ਨੂੰ ਪਿਆਰੇ ਲੱਗ ਰਹੇ ਨੇ।
ਰੱਬ ਦਾ ਰੂਪ ਸਭ ਨੂੰ ਪਿਆਰਾ ਲੱਗਦਾ ਹੈ, ਕਿਸੇ ਨੂੰ ਕੌੜਾ ਨਹੀਂ ਲੱਗਦਾ। ਕੌੜਾ ਕਿਉਂ ਨਹੀਂ ਲੱਗਦਾ? ਕਿਉਂਕਿ ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ। ਉਸਤਤ ਬਰਨ ਨਾ ਸਕੀਐ ਸਦ ਸਦ ਕੁਰਬਾਨਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਕੁਰਬਾਨ ਹਾਂ, ਵਾਰਨੇ ਹਾਂ, ਕੋਲ ਘੁਮਾਈ ਹਾਂ। ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਭਾਵ ਅੰਤ ਨਹੀਂ ਪਾਇਆ ਜਾ ਸਕਦਾ। ਜੇ ਮੈਂ ਚਾਹਾਂ ਕਿ ਰੱਬੀ ਗੁਣਾਂ ਦਾ ਅੰਤ ਪਾ ਲਵਾਂ ਤਾਂ ਮੈਂ ਉਹਦਾ ਅੰਤ ਨਹੀਂ ਪਾ ਸਕਦਾ। ਐਸੇ ਪ੍ਰਭੂ ਤੋਂ ਮੈਂ ਹਮੇਸ਼ਾ ਹਮੇਸ਼ਾ ਕੁਰਬਾਨ ਹਾਂ, ਵਾਰਨੇ ਸਦਕੇ ਹਾਂ। ਉਹਦੀ ਮੈਂ ਉਸਤਤ ਤੋਂ ਵਾਰਨੇ ਸਦਕੇ ਹਾਂ, ਕੁਰਬਾਨ ਹਾਂ, ਬਲਿਹਾਰ ਹਾਂ, ਤੇ ਐਸੇ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ। ਉਹਦਾ ਗੁਣਾਂ ਦਾ ਕਦੇ ਵੀ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਜਾਂਦਾ। ਵਾਹਿਗੁਰੂ ਰਹਿਮਤ ਕਰੇ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਆਪ ਪੜ੍ਹੀਏ, ਆਪ ਵਿਚਾਰੀਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ